ਭੱਟ ਸਹਿਬਾਨ ਵੱਲੋਂ ਜੋ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ ਸਵਈਏ ਦੇ ਰੂਪ ਵਿੱਚ ਪਾਵਨ ਬਚਨ ਉਚਾਰਨ ਕੀਤੇ ਗਏ। ਅੱਜ ਦੇ ਅੰਮ੍ਰਿਤਮਈ ਬਾਣੀ ਦੀ ਅੰਮ੍ਰਿਤਮਈ ਬਚਨਾਂ ਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤਮਈ ਬਾਣੀ ਪਵਿੱਤਰ ਬਾਣੀ ਦੀ ਵਿਚਾਰ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਜੋ ਇਹ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਭੱਟ ਸਾਹਿਬਾਨ ਵੱਲੋਂ ਗੁਰੂ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਵਡਿਆਈ ਕਰਦਿਆਂ ਜੋ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਇਆ ਜਾ ਰਿਹਾ ਹੈ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੋਤੀ ਜੋ ਪਿਆਸ ਪਿਊਸ ਪਿਵਨ ਕੀ। ਬੰਛਤ ਸਿੱਧ ਕੋ ਬਿਧ ਮਿਲਾਇਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਭੱਟ ਨਲ ਜੀ ਵੱਲੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਵਡਿਆਈ ਕਰਦਿਆਂ ਹੋਇਆਂ ਜੋ ਪਾਵਨ ਬਚਨ ਸਵਈਏ ਦੇ ਰੂਪ ਵਿੱਚ ਉਚਾਰਨ ਕੀਤੇ, ਜਿਸ ਦਾ ਪਾਠ ਅੱਜ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1400 ਦੇ ਉੱਪਰ ਸਭਾਏਮਾਨ ਹੈ। ਭੱਟ ਨਲ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕਰਦਿਆਂ ਬਿਆਨ ਕਰਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ, ਤੁਹਾਡਾ ਜੀਵਨ ਇੰਨਾ ਕੁ ਮਹਾਨ ਹੈ, ਤੁਸੀਂ ਸਮਰੱਥ ਗੁਰੂ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਸਰਬ ਕਲਾ ਸਮਰੱਥ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਨੇ ਤੁਹਾਡਾ ਦੀਦਾਰ ਕੀਤਾ, ਜਿਨ੍ਹਾਂ ਨੇ ਤੁਹਾਡਾ ਦਰਸ਼ਨ ਕੀਤਾ, ਉਹਨਾਂ ਨੂੰ ਬਹੁਤ ਵੱਡਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋਇਆ। ਸੁੱਖ ਬਹੁਤ ਤਰ੍ਹਾਂ ਦੇ ਨੇ। ਅਸੀਂ ਸਰੀਰਕ ਤਲ ਤੇ ਸੰਸਾਰਿਕ ਤਲ ਤੇ ਜੀਣ ਵਾਲੇ ਜੀਵ ਇਸ ਮਾਇਆਵੀ ਪਦਾਰਥਾਂ ਨੂੰ ਹੀ ਸੁੱਖ ਸਮਝੀ ਬੈਠੇ ਹਾਂ ਕਿ ਇਹੀ ਸਾਡੇ ਵਾਸਤੇ ਸੁੱਖ ਨੇ ਜੋ ਸਾਨੂੰ ਧਨ ਪਦਾਰਥਾਂ ਵਿੱਚੋਂ ਮਿਲਦੇ ਨੇ। ਪਰ ਇਹ ਸੁੱਖ ਜਿਹੜੇ ਨੇ, ਇਹਨੂੰ ਬਹੁਤ ਵੱਡਾ ਸੁੱਖ ਨਹੀਂ ਕਿਹਾ ਜਾ ਸਕਦਾ। ਇਹ ਤੇ ਕੁਝ ਪਲਾਂ ਦੇ, ਕੁਝ ਦਿਨਾਂ ਦੇ ਸੁੱਖ ਨੇ ਜਿਹੜੇ ਸਾਨੂੰ ਮਿਲਦੇ ਨੇ, ਤੇ ਕੁਝ ਪਲ ਬਾਅਦ, ਕੁਝ ਦਿਨਾਂ ਬਾਅਦ ਇਹੀ ਸੁੱਖ ਸਾਡੇ ਜੀਵਨ ਵਿੱਚ ਦੁੱਖ ਵਿੱਚ ਬਦਲ ਜਾਂਦਾ ਹੈ। ਇਹ ਸਦੀਵੀ ਸੁੱਖ ਨਹੀਂ ਹੈ, ਇਹ ਕੁਝ ਪਲਾਂ ਦਾ ਹੈ।
ਜਿਹੜਾ ਬਾਅਦ ਵਿੱਚ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਸੰਸਾਰਿਕ ਤਲ ਤੇ ਔਰ ਮਾਇਆਵੀ ਪਦਾਰਥਾਂ ਵਿੱਚੋਂ ਮਿਲਿਆ ਹੋਇਆ ਸੁੱਖ ਇਹ ਸਦੀਵੀ ਨਹੀਂ ਹੈ, ਇਹ ਤੇ ਕੁਝ ਪਲਾਂ ਵਾਸਤੇ ਹੈ। ਪਰ ਸਾਰੇ ਸੰਸਾਰ ਦੀ ਦੌੜ ਇਹ ਬਾਹਰ ਦੇ ਸੁੱਖ ਨੂੰ ਪਾਉਣ ਵਾਸਤੇ ਹੀ ਲੱਗੀ ਹੋਈ ਹੈ। ਹੁਣ ਅਸੀਂ ਬਾਹਰੋਂ ਤਾਂ ਸੁਖੀ ਹੋ ਗਏ, ਤਨ ਕਰਕੇ ਸੁਖੀ ਹੋ ਗਏ, ਪਰਿਵਾਰ ਕਰਕੇ ਸੁਖੀ ਹੋ ਕੇ, ਪਦਾਰਥਾਂ ਕਰਕੇ ਸੁਖੀ ਹੋ ਗਏ, ਪਰ ਇੰਨਾ ਸੁਖ ਪ੍ਰਾਪਤ ਕਰਕੇ ਵੀ ਮਨ ਫਿਰ ਦੁਖੀ ਦਾ ਦੁਖੀ ਹੈ। ਜਿੰਦ ਜਿਹੜੀ ਅੰਦਰ ਨਿਮਾਣੀ ਜਿੰਦ ਹੈ ਉਹ ਫਿਰ ਅੰਦਰ ਦੁਖੀ ਦੀ ਦੁਖੀ ਹੈ। ਜਿਹੜੇ ਸੁੱਖ ਅਸੀਂ ਭੋਗ ਰਹੇ ਹਾਂ ਇਹ ਸੁੱਖ ਜਿਹੜਾ ਹੈ ਇਹ ਸਾਡੀ ਨਿਮਾਣੀ ਜਿੰਦ ਦਾ ਨਹੀਂ, ਇਹ ਸਾਡੇ ਮਨ ਦੇ ਤਲ ਦਾ ਨਹੀਂ। ਮਨ ਅੰਦਰ ਦੁਖੀ ਹੈ, ਪਰੇਸ਼ਾਨ ਹੈ, ਚਿੰਤਤ ਹੈ, ਪਰ ਬਾਹਰੋਂ ਵੇਖਾਂਗੇ ਤਾਂ ਸਾਨੂੰ ਬੜੇ ਸੁੱਖ ਮਿਲ ਰਹੇ ਨੇ। ਜਾਂ ਪਿਛਲੇ ਸਮੇਂ ਔਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਤੁਲਨਾ ਕਰੀਏ ਤਾਂ ਉਨੀਆਂ ਸਹੂਲਤਾਂ ਪਹਿਲਾਂ ਸਾਨੂੰ ਨਹੀਂ ਸੀ ਮਿਲਦੀਆਂ ਜਿੰਨੀਆਂ ਅੱਜ ਮਿਲਦੀਆਂ ਨੇ। ਉਸ ਮੁਤਾਬਕ ਤੇ ਅਸੀਂ ਸੁਖੀ ਬਹੁਤ ਹੋ ਗਏ। ਮਿਹਨਤ ਘੱਟ ਕਰਨੀ ਪੈਂਦੀ ਹੈ ਕਿਉਂਕਿ ਸਹੂਲਤਾਂ ਬਹੁਤ ਨੇ। ਅਸੀਂ ਸੁਖੀ ਹੋ ਗਏ, ਪਰ ਜੇ ਦੇਖਿਆ ਜਾਏ ਤੇ ਪਹਿਲਾਂ ਸਹੂਲਤਾਂ ਘੱਟ ਸੀ, ਪਹਿਲਾਂ ਮਾਇਆਵੀ ਖੇਡ ਜਿਹੜੀ ਸੀ ਇਹ ਘੱਟ ਸੀ, ਪਰ ਮਨ ਨੂੰ ਸਕੂਨ ਸੀ, ਮਨ ਦੇ ਵਿੱਚ ਇੱਕ ਖੁਸ਼ੀ, ਮਨ ਦੇ ਵਿੱਚ ਇੱਕ ਸਬਰ ਸੀ। ਪਰ ਜਿੰਨੇ ਅੱਜ ਅਸੀਂ ਬਾਹਰੋਂ ਸੁਖੀ ਹਾਂ ਉਨਾ ਹੀ ਸਾਡਾ ਮਨ ਅੰਦਰ ਪਰੇਸ਼ਾਨ, ਉਨਾ ਹੀ ਅੰਦਰ ਮਨ ਵਿੱਚ ਦੁੱਖ ਬਣਿਆ। ਇਹਦਾ ਮਤਲਬ ਜਿਹੜੇ ਸੁੱਖ ਅੱਜ ਅਸੀਂ ਮਾਇਆਵੀ ਪਦਾਰਥਾਂ ਵਿੱਚੋਂ, ਸੰਸਾਰਿਕ ਤਲ ਵਿੱਚੋਂ ਭੋਗ ਰਹੇ ਹਾਂ, ਇਹ ਸੁੱਖ ਸਾਡੇ ਲਈ ਕੋਈ ਬਹੁਤਾ ਵੱਡਾ ਸੁੱਖ ਨਹੀਂ ਹੈ। ਜਿਹੜੇ ਦੁਨੀਆ ਵਿੱਚ ਮਾੜੇ ਕਰਮ ਕਰਦੇ ਨੇ, ਮਾੜੇ ਕਰਮ ਹੇਰਾ ਫੇਰੀਆਂ ਕਰਨ ਵਾਲੇ ਧਨ ਪਦਾਰਥਾਂ ਦਾ ਸੁੱਖ ਤੇ ਉਹ ਵੀ ਬਹੁਤ ਭੋਗ ਲੈਂਦੇ ਨੇ। ਇਸ ਲਈ ਸੁੱਖ ਜਿਹੜਾ ਸਾਡੇ ਮਨ ਨੂੰ ਸਕੂਨ ਦੇਵੇ, ਜਿਹਦੇ ਨਾਲ ਸਾਡੇ ਮਨ ਦੀਆਂ ਪਰੇਸ਼ਾਨੀਆਂ, ਸਾਡੇ ਮਨ ਦਾ ਜਿਹੜਾ ਦੁੱਖ ਹੈ ਉਹ ਦੂਰ ਹੋਵੇ। ਸਾਡੀ ਨਿਮਾਣੀ ਜਿੰਦ ਨੂੰ ਜਿਹੜਾ ਸੁੱਖ ਮਿਲਣਾ ਉਹ ਸਾਡੇ ਲਈ ਵੱਡਾ ਸੁੱਖ ਹੈ। ਬਾਹਰੋਂ ਅਸੀਂ ਇਸ ਜਨਮ ਵਿੱਚ ਸੁੱਖ ਭੋਗਦੇ ਹਾਂ, ਪਰ ਜਿਹੜੀ ਨਿਮਾਣੀ ਜਿੰਦ ਹੈ ਉਹ ਤਾਂ ਪਤਾ ਨਹੀਂ ਕਦੋਂ ਦਾ ਦੁੱਖ ਭੋਗਦੀ ਹੈ। ਔਰ ਗੁਰੂ ਸਾਹਿਬ ਦੇ ਦਰ ਤੇ ਵੀ ਅਸੀਂ ਆਪਣੀ ਨਿਮਾਣੀ ਜਿੰਦ ਦਾ ਦੁੱਖ ਲੈ ਕੇ ਆਏ ਸੀ, ਪਰ ਮਾਫ ਕਰਨਾ ਅਸੀਂ ਸਰੀਰ ਦਾ ਹੀ ਦੁੱਖ ਸੁਣਾ ਕੇ ਚਲੇ ਜਾਂਦੇ ਹਾਂ। ਅਸੀਂ ਬਾਹਰ ਦਾ ਹੀ ਦੁੱਖ ਸੁਣਾ ਕੇ ਚਲੇ ਗਏ, ਕਿਉਂਕਿ ਅਸੀਂ ਬਾਹਰ ਦਾ ਗਿਆਨ, ਸਾਡੇ ਕੋਲ ਬਾਹਰ ਦੀ ਸੋਝੀ, ਤੇ ਜਿਹੜਾ ਬਾਹਰ ਦਾ ਸਾਡੇ ਕੋਲ ਗਿਆਨ ਸੀ, ਸੋਝੀ ਸੀ, ਸਮਝ ਸੀ, ਉਸ ਮੁਤਾਬਕ ਅਸੀਂ ਬਾਹਰ ਦਾ ਦੁੱਖ ਲੈ ਕੇ ਆਏ, ਬਾਹਰ ਦਾ ਹੀ ਦੁੱਖ ਸੁਣਾ ਕੇ ਚਲੇ ਗਏ, ਪਰ ਜਿਹੜਾ ਅਸਲ ਦੁੱਖ ਸੀ ਉਹ ਅਸੀਂ ਸੁਣਾਇਆ ਹੀ ਨਹੀਂ। ਉਹ ਸਾਡੀ ਨਿਮਾਣੀ ਜਿੰਦ ਦਾ ਸੀ ਜੋ ਪਰਮੇਸ਼ਵਰ ਤੋਂ ਵਿਛੜ ਕੇ ਕਈ ਜਨਮਾਂ ਦੇ ਵਿੱਚ ਭਟਕਦਿਆਂ ਇਸ ਮਨੁੱਖਾ ਜਨਮ ਦੀ ਜਿਹੜੀ ਪ੍ਰਾਪਤੀ ਇਸ ਨੂੰ ਹੋਈ। ਔਰ ਇੱਥੇ ਆ ਕੇ ਸਾਡਾ ਅਸਲ ਦੁੱਖ ਇਹ ਸੀ ਕਿ ਹਉ ਆਇਆ ਦੂਰੋਂ, ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜਿਉ, ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ, ਦੁੱਖ ਗਵਾਏ ਜਿਉ। ਔਰ ਇਹ ਉਹ ਸ਼ਰਨ ਸੀ ਜਿੱਥੇ ਅਸੀਂ ਆਪਣੇ ਅੰਦਰ ਦਾ ਦੁੱਖ ਸਦਾ ਲਈ ਗਵਾ ਕੇ ਵੱਡੇ ਸੁੱਖ ਦੀ ਪ੍ਰਾਪਤੀ ਕਰਨੀ ਸੀ। ਇਸ ਲਈ ਇਹ ਦਰ ਸਾਨੂੰ ਦਿੱਤਾ ਹੀ ਇਸ ਲਈ ਹੈ। ਗੁਰਬਾਣੀ ਰਾਹੀਂ ਸਮਝਾਇਆ ਵੀ ਇਹੀ ਹੈ ਕਿ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੈ ਸੁਖ ਪਾਇਆ। ਇੱਥੇ ਭੈ ਵੀ ਲੱਥ ਜਾਂਦਾ ਹੈ, ਡਰ, ਔਰ ਦੁੱਖ ਵੀ ਬਿਨਸ ਜਾਂਦਾ ਹੈ ਤੇ ਸੁੱਖ ਦੀ ਪ੍ਰਾਪਤੀ ਵੀ ਹੁੰਦੀ ਹੈ। ਪਰ ਉਹ ਹੋਣੀ ਕਿਹਦੇ ਰਾਹੀਂ ਹੈ? ਗੁਰੂ ਦੇ ਦੁਆਰਾ। ਇਸ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਤੁਹਾਡੇ ਦਰ ਤੇ ਆ ਕੇ ਤੁਹਾਡਾ ਦੀਦਾਰ ਭਾਵਨਾ ਦੇ ਨਾਲ ਕੀਤਾ, ਤੁਹਾਡੇ ਦਰਸ਼ਨ ਜਿਹੜੇ ਨੇ ਉਹ ਭਾਵਨਾ ਦੇ ਨਾਲ ਕੀਤੇ, ਉਹਨਾਂ ਨੂੰ ਬਹੁਤ ਵੱਡਾ ਸੁੱਖ ਜਿਹੜਾ ਸੀ ਉਹ ਪ੍ਰਾਪਤ ਹੋਇਆ। ਕਿਉਂਕਿ ਇਹੀ ਸੁੱਖ ਤੁਸੀਂ ਗੁਰੂ ਅਮਰਦਾਸ ਜੀ ਦੇ
ਦਰ ਤੇ ਆ ਕੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਉਸ ਸੁੱਖ ਨੂੰ ਤੁਸੀਂ ਮਾਣਿਆ ਹੈ, ਉਸ ਸੁੱਖ ਨੂੰ ਤੁਸੀਂ ਪ੍ਰਾਪਤ ਕੀਤਾ ਹੈ। ਭੱਟ ਨਲ ਜੀ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਜੀ ਗੁਰੂ ਮੁਖ ਦੇਖ, ਗੁਰੂ ਦਾ ਮੁਖ ਦੇਖ ਕੇ, ਖੱਖੇ ਨੂੰ ਸਿਹਾਰੀ ਹੈ, ਦੇਖ ਕੇ ਗੁਰੂ ਦਾ ਮੁਖ, ਗੁਰੂ ਸਾਹਿਬ ਦਾ ਦਰਸ਼ਨ ਕਰਕੇ ਗਰੂ ਸੁਖ ਪਾਇਓ। ਗਰੂ ਦਾ ਅਰਥ, ਗੁਰੂ ਤੇ ਗਰੂ ਵਿੱਚ ਫਰਕ ਹੈ। ਗਰੂ ਦਾ ਅਰਥ ਹੁੰਦਾ ਹੈ ਵੱਡਾ, ਬਹੁਤ ਵੱਡਾ ਸੁਖ, ਜਿਹੜਾ ਮਨ ਔਰ ਆਤਮਿਕ ਤਲ ਤੇ ਪ੍ਰਾਪਤ ਹੋਣ ਵਾਲਾ ਹੈ। ਤੁਸੀਂ ਗੁਰੂ ਦਾ ਦਰਸ਼ਨ ਜਿਹੜਾ ਉਹ ਕਰਕੇ, ਇਹ ਸਾਡੇ, ਜੇ ਅਸੀਂ ਆਪਣੇ ਤੇ ਇਹਨੂੰ ਲਾਈਏ ਗੁਰਬਾਣੀ ਦੀ ਪੰਕਤੀ ਨੂੰ, ਤਾਂ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਤੁਹਾਡਾ ਦਰਸ਼ਨ ਕੀਤਾ, ਉਹਨਾਂ ਨੇ ਬਹੁਤ ਵੱਡਾ ਸੁੱਖ ਪਾਇਆ। ਤੇ ਜੇ ਗੁਰੂ ਰਾਮਦਾਸ ਜੀ ਦੀ ਗੱਲ ਕਰੀਏ ਤਾਂ ਸਤਿਗੁਰੂ ਜੀ, ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਦਰਸ਼ਨ ਕਰਕੇ, ਉਹਨਾਂ ਦਾ ਮੁਖ ਦੇਖ ਕੇ ਬਹੁਤ ਵੱਡਾ ਸੁੱਖ ਜਿਹੜਾ ਉਹ ਤੁਹਾਨੂੰ ਪ੍ਰਾਪਤ ਹੋਇਆ। ਹੋਤੀ ਜੋ ਪਿਆਸ ਪੀਊਸ ਪਿਵਨ ਕੀ, ਬੰਚਤ ਸਿੱਧ ਕੋ ਬਿਧ ਮਿਲਾਇਓ। ਔਰ ਜਿਹੜਾ ਗੁਰੂ ਦਾ ਮਿਲਾਪ ਹੋਇਆ, ਇਹ ਉਸ ਅਕਾਲ ਪੁਰਖ ਨੇ, ਮਾਲਕ ਨੇ ਬਿਧ ਬਣਾਈ। ਜੇ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ 'ਚ ਬੈਠੇ ਹਾਂ, ਤੇ ਉਸ ਅਕਾਲ ਪੁਰਖ ਦੀ ਮਿਹਰ ਹੈ, ਉਸ ਮਾਲਕ ਦੀ ਕਿਰਪਾ ਹੈ, ਤਾਂ ਅਸੀਂ ਸਮਰੱਥ ਗੁਰੂ ਦੇ, ਪੂਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠੇ ਹਾਂ। ਨਹੀਂ ਤਾਂ ਦੁਨੀਆ ਕੋਈ ਕਿਸੇ ਦੇ ਚਰਨਾਂ 'ਚ ਬੈਠੀ ਹੈ, ਕੋਈ ਕਿਸੇ ਦੇ, ਕੋਈ ਕਿਸੇ ਦੇ ਦਰ ਤੇ ਬੈਠਾ, ਕੋਈ ਕਿਸੇ ਦੇ ਦਰ ਤੇ। ਇਹ ਉਸ ਅਕਾਲ ਪੁਰਖ ਦੀ ਕਿਰਪਾ ਹੈ। ਹੁਣ ਜਿਹੜੀ ਅੰਦਰ ਪਿਆਸ ਸੀ, ਪਿਆਸ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਪਰ ਗੁਰੂ ਸਾਹਿਬ, ਗੁਰੂ ਰਾਮਦਾਸ ਜੀ, ਤੁਹਾਡੇ ਅੰਦਰ ਜਿਹੜੀ ਪਿਆਸ ਸੀ ਉਹ ਅੰਮ੍ਰਿਤ ਦਾ ਰਸ ਪੀਣ ਦੀ ਪਿਆਸ ਸੀ। ਜਿੰਨੇ ਤਰ੍ਹਾਂ ਦੇ ਰਸ ਨੇ, ਉਨੇ ਤਰ੍ਹਾਂ ਦੀ ਸਾਡੀ ਪਿਆਸ ਹੈ। ਤੇ ਪਿਆਸ ਜਿਹੜੀ ਹੈ ਬਾਹਰ ਦੇ ਰਸ ਨਾਲ ਬੁੱਝਣੀ ਕੋਈ ਨਹੀਂ। ਜਿਸ ਗੁਰੂ ਅਮਰਦਾਸ ਜੀ ਦੇ ਦਰ ਤੇ ਆ ਕੇ ਤੁਸੀਂ ਆਪਣੀ ਪਿਆਸ ਨੂੰ ਬੁਝਾਇਆ, ਉਹੀ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਦੇ ਰਾਹੀਂ ਕਹਿ ਰਹੇ ਨੇ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਤੂੰ ਜਿੰਨੇ ਮਰਜੀ ਅੰਨ ਰਸ ਜਿਹੜੇ ਨੇ ਉਹ ਚੱਖ ਲੈ, ਅੰਨ ਰਸ ਪੀ ਲੈ, ਜਿੰਨਾ ਮਰਜੀ ਅੰਨ ਰਸ, ਅੰਨ ਦਾ ਅਰਥ ਹੁੰਦਾ ਹੋਰ, ਜਿੰਨੇ ਮਰਜੀ ਰਸ ਤੂੰ ਚੱਖ ਲੈ, ਰਸ ਪੀ ਲੈ, ਪਰ ਇੱਕ ਗੱਲ ਚੇਤੇ ਰੱਖਣਾ, ਪਿਆਸ ਨਹੀਂ ਬੁੱਝਣੀ। ਪਿਆਸ ਦਾ ਅਰਥ ਹੁੰਦਾ ਤ੍ਰਿਸ਼ਨਾ, ਤ੍ਰਿਸ਼ਨਾ ਮੁੱਕਣੀ ਕੋਈ ਨਹੀਂ। ਜੇ ਤ੍ਰਿਸ਼ਨਾ ਨਹੀਂ ਮੁੱਕਣੀ ਤੇ ਪਿਆਸ ਜਿਹੜੀ ਹੈ ਉਹ ਬੁੱਝਣੀ ਕੋਈ ਨਹੀਂ। ਹਰ ਵੇਲੇ ਪਿਆਸ ਲੱਗੀ ਰਹੇਗੀ, ਸਬਰ ਨਹੀਂ ਹੈ ਉਹਦੇ ਵਿੱਚ। ਤੇ ਦੂਜੇ ਪਾਸੇ ਕਹਿੰਦੇ ਨੇ ਜਿਹਨੇ ਪਿਆਸ ਬੁਝਾਉਣੀ ਹੈ ਉਹ ਅੰਮ੍ਰਿਤ ਰਸ ਹੈ। ਤੇ ਉਹ ਅੰਮ੍ਰਿਤ ਰਸ ਕਿੱਥੋਂ ਮਿਲਣਾ ਹੈ? ਉਹ ਅੰਮ੍ਰਿਤ ਦਾ ਰਸ ਕਿੱਥੋਂ ਪ੍ਰਾਪਤ ਹੋਏਗਾ? ਤੇ ਉਹਨੂੰ ਪ੍ਰਾਪਤ ਕਰਨ ਲਈ ਤਾਂ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਿਨੇ ਸੱਚੇ ਨੂੰ ਮਨ ਵਿੱਚ ਵਸਾਇਆ, ਗੁਰੂ ਨੇ ਉਹਦੇ ਉੱਤੇ ਕਿਰਪਾ ਕੀਤੀ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਈ, ਉਹਨੂੰ ਉਹ ਅੰਮ੍ਰਿਤ ਦਾ ਰਸ ਮਿਲ ਗਿਆ। ਜਿਸ ਅੰਮ੍ਰਿਤ ਦੇ ਰਸ ਦੀ ਪ੍ਰਾਪਤੀ ਲਈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਗੁਰੂ ਰਾਮਦਾਸ ਜੀ ਉਹੀ ਅੰਮ੍ਰਿਤ ਦੇ ਰਸ ਨੂੰ ਪੀਣ ਦੀ ਪਿਆਸ ਤੁਹਾਡੇ ਅੰਦਰ ਆਈ। ਔਰ ਇੱਕ ਸਿੱਧ ਦਾ ਅਰਥ ਹੁੰਦਾ ਸਫਲਤਾ। ਧੱਦੇ ਨੂੰ ਸਿਹਾਰੀ ਸਿੱਧੀ, ਸਿੱਧੀ ਦਾ ਅਰਥ ਹੁੰਦਾ ਕਾਮਯਾਬੀ, ਸਫਲਤਾ। ਤੁਹਾਡੇ ਮਨ ਵਿੱਚ ਸੀ ਕਿ ਮੈਂ ਕਾਮਯਾਬੀ ਹਾਸਲ ਕਰਨੀ ਹੈ, ਸਫਲਤਾ ਹਾਸਲ ਕਰਨੀ ਹੈ। ਇੱਥੇ ਵੀ ਧਿਆਨ ਰੱਖਣਾ, ਅਸੀਂ ਬਾਹਰੋਂ ਕਾਮਯਾਬ ਤਾਂ ਹੋਣਾ ਚਾਹੁੰਦੇ ਹਾਂ ਔਰ ਹੋਏ ਵੀ ਹਾਂ। ਸਾਡੇ ਦਿਲ ਦਿਮਾਗ ਦੇ ਵਿੱਚ ਬਾਹਰ ਦੀ ਕਾਮਯਾਬੀ ਦਾ ਖਿਆਲ ਤਾਂ ਬਣਦਾ ਹੈ ਕਿ ਮੈਂ ਇੱਥੇ ਕਾਮਯਾਬ ਹੋਣਾ, ਇੱਥੇ ਸਫਲ ਹੋਣਾ,
ਪਰ ਅਸੀਂ ਅੰਦਰ ਦੀ ਸਫਲਤਾ ਦਾ ਖਿਆਲ ਭੁਲਾਈ ਦਿੰਦੇ ਹਾਂ ਕਿ ਬਾਹਰ ਦੇ ਨਾਲ ਮੈਂ ਅੰਦਰੋਂ ਵੀ ਸਫਲਤਾ ਹਾਸਲ ਕਰਨੀ ਹੈ। ਸਰੀਰਕ ਤਲ ਤੇ ਮੈਂ ਨਾਮਣਾ ਖੱਟਣਾ ਹੈ, ਸਰੀਰਕ ਤਲ ਤੇ ਮੈਂ ਕਾਮਯਾਬ ਹੋਣਾ ਹੈ, ਆਪਣੀ ਮੰਜ਼ਲ ਆਪਣੇ ਮੁਕਾਮ ਤੇ ਪਹੁੰਚਣਾ ਹੈ, ਪਰ ਅਸੀਂ ਆਤਮਿਕ ਜਿੰਦ ਕਰਕੇ ਵੀ ਤੇ ਕਾਮਯਾਬ ਹੋਣਾ ਹੈ। ਅਸੀਂ ਆਤਮਿਕ ਤਲ ਤੇ ਵੀ ਤੇ ਸਫਲ ਹੋਣਾ ਹੈ, ਆਪਣੇ ਮੁਕਾਮ ਤੇ ਪਹੁੰਚਣਾ ਹੈ, ਆਪਣੀ ਮੰਜ਼ਲ ਤੇ ਪਹੁੰਚਣਾ ਹੈ। ਸਰੀਰ ਕਰਕੇ ਪਤਾ ਸੀ ਵੀ ਇੱਥੇ ਮੰਜ਼ਲ ਤੇ ਪਹੁੰਚਣਾ, ਮਿਹਨਤ ਕੀਤੀ, ਮਸ਼ੱਕਤ ਕੀਤੀ, ਘਾਲਣਾ ਘਾਲੀ, ਪਹੁੰਚ ਗਏ, ਇੱਕ ਦਿਨ ਸਫਲਤਾ, ਡਿਗਰੀ ਮਿਲ ਗਈ, ਸਰਟੀਫਿਕੇਟ ਮਿਲ ਗਿਆ, ਪਰ ਅੰਦਰ ਦੀ ਸੋਝੀ ਨਾ ਆਈ। ਬਾਹਰੋਂ ਤਾਂ ਅਸੀਂ ਕਾਮਯਾਬ ਹੋ ਗਏ, ਪਰ ਅੰਦਰੋਂ ਨਾ ਕਾਮਯਾਬ ਹੋਏ। ਆਤਮਿਕ ਤਲ ਉਤੇ ਅਸੀਂ ਫੇਲ ਹੋ ਗਏ, ਆਤਮਿਕ ਤਲ ਤੇ ਅਸੀਂ ਇੱਕ ਕਦਮ ਵੀ ਅੱਗੇ ਕਾਮਯਾਬੀ ਵੱਲ ਨਾ ਵਧਾ ਸਕੇ, ਮੰਜ਼ਿਲ ਵੱਲ ਨਾ ਵਧਾ ਸਕੇ। ਫਿਰ ਕੀ ਹੋਇਆ? ਬਾਹਰੋਂ ਜਿੱਤ ਗਏ ਤੇ ਅੰਦਰੋਂ ਹਾਰ ਗਏ। ਅੰਦਰ ਦੀ ਬਾਜੀ ਹਾਰ ਗਏ ਤੇ ਬਾਹਰ ਦੀ ਬਾਜੀ ਜਿੱਤ ਗਏ। ਬਾਹਰ ਦੀ ਬਾਜੀ ਜਿੱਤਣ ਦਾ ਵੀ ਤਾਂ ਹੀ ਲਾਭ ਹੈ ਜੇ ਅੰਦਰ ਦੀ ਬਾਜੀ ਨੂੰ ਵੀ ਜਿੱਤਾਂਗੇ ਅਸੀਂ, ਤੇ ਉਹ ਅੰਦਰ ਦੀ ਆਤਮਿਕ ਤਲ ਤੇ ਬਾਜੀ ਤਾਂ ਹੀ ਜਿੱਤੀ, ਉਹ ਮਨ ਦੇ ਰਾਹੀਂ ਜਿੱਤੀ ਜਾਣੀ ਹੈ। ਤੇ ਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਨਾਮ ਦਾ ਰਸ ਜਿਹੜਾ ਇਹਨੂੰ ਪੀ ਕੇ ਉਹ ਬਾਜੀ ਨੂੰ ਜਿੱਤਿਆ ਜਾਣਾ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਜਿੱਥੇ ਤੁਸੀਂ ਗੁਰੂ ਅਮਰਦਾਸ ਜੀ ਦਾ ਮੁਖ ਵੇਖ ਕੇ ਬਹੁਤ ਵੱਡਾ ਸੁਖ ਪਾਇਆ, ਹੁਤੀ ਜੋ ਪਿਆਸ ਪੀਊਸ ਪੀਵਨ ਕੀ। ਪੀਊਸ ਦਾ ਅਰਥ ਹੁੰਦਾ ਅੰਮ੍ਰਿਤ, ਪੀਵਨ ਦਾ ਅਰਥ ਹੁੰਦਾ ਪੀਣ ਦੀ। ਜਿਹੜੀ ਤੁਹਾਡੇ ਅੰਦਰ ਅੰਮ੍ਰਿਤ ਦਾ ਰਸ ਪੀਣ ਦੀ ਪਿਆਸ ਤੁਹਾਡੇ ਅੰਦਰ ਬਣੀ, ਬੰਛਤ ਸਿੱਧ ਕਉ, ਤੁਹਾਡੇ ਅੰਦਰ ਇੱਕ, ਬੰਛਤ ਦਾ ਅਰਥ ਹੈ ਇੱਛਾ, ਤੁਹਾਡੇ ਅੰਦਰ ਇੱਕ ਇੱਛਾ ਸੀ ਕਿ ਮੈਂ ਅੰਦਰੋਂ ਆਤਮਿਕ ਤਲ ਤੇ ਕਾਮਯਾਬ ਹੋਣਾ ਹੈ, ਮੈਂ ਅਧਿਆਤਮਿਕ ਤਲ ਤੇ ਸਫਲ ਹੋਣਾ ਹੈ, ਸੰਸਾਰ ਤੋਂ ਨਿਰੰਕਾਰ ਦਾ ਸਫ਼ਰ ਕਰਨਾ ਹੈ, ਲੋਕ ਤੋਂ ਪਰਲੋਕ ਦਾ ਸਫ਼ਰ ਕਰਨਾ ਹੈ, ਨਿਰੰਕਾਰ ਤੱਕ ਦਾ ਸਫ਼ਰ ਕਰਨਾ ਹੈ। ਉਹ ਸਿੱਧੀ ਪ੍ਰਾਪਤ ਕਰਨ ਦੀ ਤੁਹਾਡੇ ਅੰਦਰ ਇੱਛਾ ਸੀ। ਕਹਿੰਦੇ ਹੋਇਆ ਕਿ ਅੰਮ੍ਰਿਤ ਦਾ ਰਸ ਵੀ ਮਿਲਿਆ ਔਰ ਸਿੱਧੀ ਵੀ ਮਿਲੀ। ਕਦੋਂ ਮਿਲੀ? ਕਹਿੰਦੇ ਜਦੋਂ ਬਿਧ ਮਿਲਾਇਓ, ਜਦੋਂ ਪਰਮੇਸ਼ਵਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਬਿਧ ਬਣਾ ਕੇ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਨਾਲ ਮਿਲਾ ਦਿੱਤਾ। ਨਹੀਂ ਤਾਂ ਫਿਰ ਬਾਹਰ ਦੀ ਯਾਤਰਾ ਤਾਂ ਚੱਲ ਰਹੀ ਸੀ, ਭਾਵ ਕਿ ਬਾਹਰੋਂ ਜਿਹੜਾ ਉਹ ਕੁਗਣੀਆਂ ਵੇਚਣੀਆਂ ਤੇ ਬਾਹਰ 4 ਪੈਸੇ ਵਟਣੇ ਤੇ ਲਿਆ ਕੇ ਨਾਨੀ ਨੂੰ ਦੇ ਦੇਣੇ, ਉਹ ਕੰਮ ਕਾਜ ਤੇ ਚੱਲ ਹੀ ਰਿਹਾ ਸੀ। ਪਰ ਜਿਹੜਾ ਅੰਦਰ ਭਾਵਨਾ ਬਣੀ ਸੀ ਕਿ ਆਤਮਿਕ ਤਲ ਤੇ ਕਾਮਯਾਬ ਹੋਣਾ ਹੈ, ਅੰਮ੍ਰਿਤ ਦਾ ਰਸ ਜਿਹੜਾ ਉਹ ਪੀਣਾ ਹੈ, ਉਹ ਫਿਰ ਅਕਾਲ ਪੁਰਖ ਮਾਲਕ ਨੇ ਬਿਧ ਬਣਾਤੀ। ਪਿਛਲੇ ਦਿਨੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਰਾਮਦਾਸ ਜੀ ਤੁਹਾਨੂੰ ਧੰਨ ਧੰਨ ਕਿਹਾ ਜਾ ਰਿਹਾ ਹੈ, ਪਰ ਉਹ ਕਿਉਂ? ਕਿਉਂਕਿ ਉਸ ਅਕਾਲ ਪੁਰਖ ਨੇ ਆਪ ਕਿਰਪਾ ਕੀਤੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਜਿਨੇ ਸਿਰਜਿਆ ਸੀ ਉਹਨੇ ਸਵਾਰਿਆ ਵੀ। ਜਿਨੇ ਤੁਹਾਨੂੰ ਸੰਸਾਰ ਵਿੱਚ ਭੇਜਿਆ ਉਹਨੇ ਤੁਹਾਡੇ ਤੇ ਕਿਰਪਾ ਕੀਤੀ। ਇੱਥੇ ਭੱਟ ਕਹਿੰਦੇ ਬਿਧ ਮਿਲਾਇਓ। ਉਹ ਬਿਧ, ਵਿਧੀ, ਉਹ ਵਿਧਾਨ, ਉਹ ਜੁਗਤੀ, ਉਹ ਤਰੀਕਾ ਬਣਾ ਕੇ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਨਾਲ ਮਿਲਾ ਦਿੱਤਾ। ਤੇ ਜੇ ਦੇਖਿਆ ਜਾਏ ਤੇ ਗੁਰੂ ਰਾਮਦਾਸ ਜੀ ਤੁਸੀਂ ਤਾਂ ਲਾਹੌਰ ਰਹਿਣ ਵਾਲੇ, ਪਰ ਇੱਕ ਬਿਧ ਬਣਾ ਦਿੱਤੀ। ਬਾਸਰ ਕੇ ਨਾਨੀ ਦੇ ਕੋਲ ਆਉਣਾ, ਉਸ ਨਾਨੀ ਦਾ ਗੁਰੂ ਅਮਰਦਾਸ ਜੀ ਦੇ ਦਰ ਤੇ ਲੈ ਕੇ ਆਉਣਾ, ਉਹ ਇੱਕ ਬਿਧ ਬਣ ਗਈ। ਇਸ ਲਈ ਜਿਹੜੀ ਤੁਹਾਡੇ ਅੰਦਰ ਅੰਮ੍ਰਿਤ ਰਸ ਪੀਣ ਦੀ ਪਿਆਸ ਸੀ, ਉਹ ਵੀ ਤੁਹਾਡੀ ਪਿਆਸ ਜਿਹੜੀ ਹੈ ਉਹ ਬੁਝ ਗਈ। ਅੰਮ੍ਰਿਤ ਦਾ ਰਸ ਵੀ ਤੁਹਾਨੂੰ ਮਿਲਿਆ, ਔਰ ਜੋ ਤੁਹਾਡੇ ਅੰਦਰ ਸਿੱਧੀ ਸਫਲਤਾ ਨੂੰ ਪ੍ਰਾਪਤ ਕਰਨ ਦੀ ਇੱਛਾ ਸੀ, ਉਹ ਵੀ ਪੂਰੀ ਹੋਈ ਜਦੋਂ ਉਸ ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਬਿਧ ਬਣਾਈ ਔਰ ਪੂਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਨਾਲ ਤੁਹਾਨੂੰ ਮਿਲਾ ਦਿੱਤਾ। ਪੂਰਨ ਪੋ ਮਨ ਠੌਰ ਬਸੋ ਰਸ, ਬਾਸਨ ਸਿਓ ਜੋ ਦਹੰ ਦਿਸ ਤਾਇਓ।
ਜਿਹੜਾ ਮਨ ਦੁਨੀਆ ਦੇ ਰਸ ਜਿਹੜਾ ਹੈ ਉਹ ਚੱਖ ਕੇ ਵਾਸ਼ਨਾਵਾਂ ਅੰਦਰ ਜਿਹੜੀਆਂ ਪੈਦਾ ਹੋਈਆਂ, ਜਿਹੜੇ ਰਸ ਤੋਂ ਵਾਸ਼ਨਾਵਾਂ ਅੰਦਰ ਪੈਦਾ ਹੋਈਆਂ, ਜਿਹਦੇ ਕਰਕੇ ਮਨ 10 ਦਿਸ਼ਾਵਾਂ ਦੇ ਵਿੱਚ ਭਟਕਦਾ ਸੀ। 4 ਦਿਸ਼ਾਵਾਂ, ਚਾਰਾਂ ਦੇ ਕੋਨੇ 8 ਤੇ ਧਰਤੀ ਆਸਮਾਨ 10, 10 ਦਿਸ਼ਾਵਾਂ ਦੇ ਵਿੱਚ ਭਟਕਦਾ ਪਿਆ ਸੀ ਮਨ। ਜਾਂ 10 ਦਿਸ਼ਾਵਾਂ ਦਾ ਅਰਥ ਅਸੀਂ ਗਿਆਨ ਇੰਦਰੀ ਤੇ ਕਰਮ ਇੰਦਰੀ ਵੀ ਕਰ ਸਕਦੇ ਹਾਂ। ਇਹਨਾਂ 10 ਦੇ ਵਿੱਚ ਜਿਹੜਾ ਗਿਆਨ ਇੰਦਰੀ ਔਰ ਕਰਮ ਇੰਦਰੀ, ਇਹਨਾਂ 10 ਦੇ ਵਿੱਚ ਮਨ ਉਲਝਿਆ ਪਿਆ ਸੀ। ਜਿਹੜਾ ਮਨ 10 ਦਿਸ਼ਾਵਾਂ ਦੇ ਵਿੱਚ ਭਟਕ ਰਿਹਾ ਸੀ, ਅੱਜ ਉਸ ਮਨ ਦੇ ਵਿੱਚ ਅੰਮ੍ਰਿਤ ਦਾ ਰਸ ਜਦੋਂ ਪ੍ਰਾਪਤ ਹੋਇਆ ਤੇ ਕੀ ਹੋਇਆ? ਕਹਿੰਦੇ 10 ਦਿਸ਼ਾਵਾਂ ਵਿੱਚ ਭਟਕਣ ਵਾਲਾ ਮਨ ਇੱਕ ਥਾਂ ਤੇ ਆ ਕੇ ਟਿਕ ਗਿਆ। ਇੱਕ ਥਾਂ ਤੇ ਆ ਕੇ ਇਸ ਮਨ ਨੂੰ ਟਿਕਾ ਮਿਲ ਗਿਆ। ਮਨ ਚੰਚਲ ਹੈ। ਔਰ ਗੁਰੂ ਰਾਮਦਾਸ ਜੀ ਦੀ ਜਿਹੜੀ ਗੱਲ ਭੱਟ ਜੀ ਕਰ ਰਹੇ ਨੇ, ਉਹ ਸਾਰੀਆਂ ਗੱਲਾਂ ਗੁਰੂ ਅਮਰਦਾਸ ਜੀ ਆਪਣੇ ਦਰ ਤੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ। ਔਰ ਸੁਭਾਵਕ ਹੈ, ਜੇ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਉਪਦੇਸ਼ ਦੇ ਰਹੇ ਨੇ ਤੇ ਉਸ ਸੰਗਤ ਵਿੱਚ ਭਾਈ ਜੇਠਾ ਜੀ ਵੀ ਤੇ ਬੈਠੇ ਨੇ। ਭਾਈ ਜੇਠਾ ਦਾ ਮਤਲਬ ਗੁਰੂ ਰਾਮਦਾਸ ਜੀ ਵੀ ਤਾਂ ਬੈਠੇ ਨੇ ਸੰਗਤ ਵਿੱਚ, ਤੇ ਗੁਰੂ ਅਮਰਦਾਸ ਜੀ ਸੰਗਤ ਨੂੰ ਉਪਦੇਸ਼ ਦੇ ਰਹੇ ਨੇ। ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਤੇ ਜਦੋਂ ਆਵਾਜ਼ ਦਿੱਤੀ ਕਿ ਮਨ ਚੰਚਲ ਹੈ, ਮਨ ਦੀਆਂ ਚਤਰਾਈਆਂ ਕਦੇ ਮੁੱਕਦੀਆਂ ਨਹੀਂ, ਚੰਚਲਤਾਈ ਮੁੱਕਦੀ ਨਹੀਂ ਹੈ, ਇਹ ਮਨ ਟਿਕਦਾ ਨਹੀਂ, ਭਟਕਦਾ ਰਹਿੰਦਾ ਹੈ। ਤਾਂ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਉੱਠ ਕੇ ਖਲੋ ਕੇ ਕਹਿੰਦੇ ਹੋਣਗੇ ਕਿ ਸਤਿਗੁਰੂ, ਇਹ ਮਨ ਕਿਵੇਂ ਟਿਕੇਗਾ? 10 ਦਿਸ਼ਾਵਾਂ ਦੇ ਵਿੱਚ ਚੰਚਲ ਤੇ ਚੰਚਲਤਾਈ ਦੇ ਰੂਪ ਵਿੱਚ ਭਟਕਣ ਵਾਲਾ ਮਨ ਕਿਵੇਂ ਆ ਕੇ ਟਿਕੇਗਾ? ਤਾਂ ਗੁਰੂ ਸਾਹਿਬ ਕਹਿੰਦੇ ਹੋਣਗੇ ਆਪਣੇ ਮਨ ਨੂੰ ਆਵਾਜ਼ ਦਿਓ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਪਿਆਰੇ ਮਨ, ਤੇਰੇ ਅੰਦਰ ਦੀ ਚੰਚਲਤਾਈ ਮੁੱਕ ਜਾਏਗੀ, ਭਟਕਣਾ ਮੁੱਕ ਜਾਏਗੀ। ਤੂੰ ਇੱਕ ਕੰਮ ਕਰ, ਸੱਚੇ ਨਾਮ ਦੀ ਸੰਭਾਲ ਕਰ। ਸੱਚੇ ਨਾਮ ਨੂੰ ਜਦੋਂ ਤੂੰ ਸੰਭਾਲੇਗਾ, ਤੇਰੇ ਅੰਦਰ ਦੀ ਭਟਕਣਾ ਖਤਮ ਹੋ ਜਾਏਗੀ। ਤੇਰੇ ਚਤਰਾਈਆਂ ਚਲਾਕੀਆਂ ਤੇਰੇ ਅੰਦਰ ਰਹਿ ਹੀ ਨਹੀਂ ਜਾਣਗੀਆਂ। ਇਸ ਲਈ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਦੇ ਦਰ ਤੇ ਆ ਕੇ ਜਿੱਥੇ ਤੁਸੀਂ ਅੰਮ੍ਰਿਤ ਦਾ ਰਸ ਲਿਆ, ਬਹੁਤ ਵੱਡਾ ਸੁੱਖ ਤੁਸੀਂ ਪਾਇਆ, ਉਥੇ ਪੂਰਨ ਭਉ ਮਨ ਠੌਰ ਬਸੋ। ਰਸ ਬਾਸਨ ਸਿਉ ਜੋ ਦਹੰ ਦਿਸ ਧਾਇਓ। ਰਸ ਬਾਸਨ, ਬਾਸਨ ਦਾ ਅਰਥ ਵਾਸ਼ਨਾ। ਜਿਹੜੇ ਰਸ ਦੁਨਿਆਵੀ ਸਨ, ਉਹਦੇ ਕਰਕੇ ਜੋ ਵਾਸ਼ਨਾਵਾਂ ਅੰਦਰ ਬਣਦੀਆਂ ਸੀ, ਉਸ ਵਾਸ਼ਨਾਵਾਂ ਦੇ ਨਾਲ ਸਿਉ, ਸਿਉ ਦਾ ਅਰਥ ਹੁੰਦਾ ਨਾਲ, ਰਸ ਦੀਆਂ ਵਾਸ਼ਨਾਵਾਂ ਦੇ ਨਾਲ ਜੋ ਦਹੰ ਦਿਸ਼ ਧਾਇਓ, 10 ਦਿਸ਼ਾ ਦੇ ਵਿੱਚ ਦੌੜ ਰਿਹਾ ਸੀ ਮਨ, ਉਸ ਦੌੜਦੇ ਹੋਏ ਮਨ ਨੂੰ ਟਿਕਾਣਾ ਮਿਲ ਗਿਆ, ਥਾਂ ਮਿਲ ਗਈ। ਹੁਣ ਮਨ ਜਿਹੜਾ ਇੱਕ ਥਾਂ ਤੇ ਆ ਕੇ ਟਿਕ ਗਿਆ ਹੈ। ਗੋਬਿੰਦ ਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਨਾਇਓ। ਭੱਟ ਜੀ ਨੇ ਬਕਾਇਦਾ ਉਸ ਥਾਂ ਦਾ ਜ਼ਿਕਰ ਵੀ ਕੀਤਾ ਕਿ ਇਹ ਸਾਰੀਆਂ ਬਖਸ਼ਿਸ਼ਾਂ ਕਿੱਥੇ ਆ ਕੇ ਮਿਲੀਆਂ ਨੇ। ਫਿਰ ਧਿਆਨ ਦੇ ਕੇ ਸਮਝ ਲੈਣਾ, ਕਿਉਂਕਿ ਗੱਲ ਸਮਝਣ ਦੀ ਹੈ ਨਾ। ਭੱਟ ਜੀ, ਭੱਟ ਨਲ ਜੀ ਕਹਿੰਦੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਬਹੁਤ ਵੱਡਾ ਸੁੱਖ ਤੁਸੀਂ ਪਾਇਆ। ਔਰ ਜਿਹੜੀ ਅੰਦਰ ਅੰਮ੍ਰਿਤ ਦੇ ਰਸ ਨੂੰ ਪੀਣ ਦੀ ਪਿਆਸ ਸੀ, ਉਹ ਅੰਮ੍ਰਿਤ ਰਸ ਵੀ ਮਿਲ ਗਿਆ। ਜਿਹੜੀ ਸਫਲਤਾ ਕਾਮਯਾਬੀ ਦਾ ਅੰਦਰ ਖਿਆਲ ਸੀ, ਉਹ ਅੰਦਰ ਦਾ ਖਿਆਲ ਜਿਹੜਾ ਉਹ ਹਕੀਕਤ ਵਿੱਚ ਬਦਲ ਗਿਆ। ਕਾਮਯਾਬੀ ਵੀ ਮਿਲ ਗਈ, ਸਫਲਤਾ ਵੀ ਮਿਲ ਗਈ। ਔਰ ਜਿਹੜਾ 10 ਦਿਸ਼ਾਵਾਂ ਵਿੱਚ ਮਨ ਭਟਕਦਾ ਸੀ, ਉਹ ਇੱਕ ਥਾਂ ਤੇ ਆ ਕੇ ਟਿਕ ਵੀ ਗਿਆ। ਹੁਣ ਇਹ ਸਾਰੀਆਂ ਬਖਸ਼ਿਸ਼ਾਂ ਕਿੱਥੇ ਮਿਲੀਆਂ ਨੇ, ਕਿੱਥੋਂ ਪ੍ਰਾਪਤ ਹੋਈਆਂ? ਕਹਿੰਦੇ ਗੋਬਿੰਦ ਵਾਲ ਗੋਬਿੰਦਪੁਰੀ ਸਮ।
ਜਿਹੜਾ ਗੋਇੰਦਵਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਸਾਇਆ ਹੈ, ਉੱਥੇ ਗੋਇੰਦਵਾਲ, ਇੱਥੇ ਗੋਬਿੰਦ। ਕਹਿੰਦੇ ਜਿਹੜਾ ਗੋਬਿੰਦਵਾਲ, ਇੱਥੇ ਅਰਥ ਗੋਬਿੰਦਵਾਲ ਦਾ ਗੋਇੰਦਵਾਲ ਸਾਹਿਬ, ਜਿਹੜਾ ਗੋਬਿੰਦਪੁਰੀ ਸਮ ਕਹਿੰਦੇ ਬਰਾਬਰ, ਜਿਹੜਾ ਕਿ ਉਸ ਮਾਲਕ ਦੇ ਘਰ ਦੇ ਬਰਾਬਰ ਹੈ। ਜੇ ਕਿਸੇ ਨੇ ਦੇਖਣਾ ਹੋਵੇ ਸੱਚਖੰਡ ਕਿੱਦਾਂ ਦਾ ਹੈ, ਤੇ ਸਾਨੂੰ ਇਸ ਧਰਤੀ ਤੇ ਉਹ ਥਾਂ ਬਣਾ ਕੇ ਦੇ ਦਿੱਤੀ ਕਿ ਜੇ ਤੁਸੀਂ ਨਿਰੰਕਾਰ ਤੱਕ ਪਹੁੰਚਣਾ ਤਾਂ ਪਹਿਲਾਂ ਗੋਇੰਦਵਾਲ ਵਿੱਚ ਬੈਠ ਕੇ ਸਿੱਖੀ ਨੂੰ ਅਪਣਾਓ। ਉਹ ਜਿਹੜਾ ਸਿੱਖੀ ਦਾ ਧੁਰਾ ਕੇਂਦਰੀ ਅਸਥਾਨ ਹੈ ਗੋਇੰਦਵਾਲ, ਪਹਿਲਾਂ ਉੱਥੇ ਆ ਕੇ ਸਿੱਖੀ ਦੀ ਪੜ੍ਹਾਈ ਪੜ੍ਹੋ। ਜੇ ਤੁਸੀਂ ਸੱਚਖੰਡ ਦੇ ਵਾਸੀ ਬਣਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆ ਕੇ ਦਰਬਾਰ ਸਾਹਿਬ ਸੱਚਖੰਡ, ਜਿਹਦੇ 4 ਦਰਵਾਜ਼ੇ ਤੇ ਇੱਕ ਰਸਤਾ ਗੁਰੂ ਸਾਹਿਬ ਨੇ ਬਣਾਇਆ, ਪਹਿਲੇ ਉਹਨੂੰ ਸਮਝਣ ਦਾ ਯਤਨ ਕਰੋ, ਫਿਰ ਸੱਚਖੰਡ ਵਸੈ ਨਿਰੰਕਾਰ ਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਹੁਣ ਜੇ ਬਾਹਰ ਦੀ ਸਮਝ ਆਈ ਨਹੀਂ, ਸਾਨੂੰ ਅੰਦਰ ਨੂੰ ਕਿਵੇਂ ਸਮਝ ਲਾਂਗੇ? ਬਾਹਰ ਦਾ ਸੱਚਖੰਡ ਹਜੇ ਸਾਨੂੰ ਸਮਝ ਆਇਆ ਨਹੀਂ, ਅਸੀਂ ਅੰਦਰ ਦੇ ਸੱਚਖੰਡ ਨੂੰ ਕਿਵੇਂ ਸਮਝਾਂਗੇ? ਅੰਦਰ ਨੂੰ ਸਮਝਣ ਲਈ ਸਾਨੂੰ ਬਾਹਰੋਂ ਇੱਕ ਰੂਪ ਦੇ ਦਿੱਤਾ ਗਿਆ ਕਿ ਤੂੰ ਇਹਦਾ ਸਹਾਰਾ ਲੈ ਕੇ ਅੰਦਰ ਦੇ ਸੱਚਖੰਡ ਨਿਰੰਕਾਰ ਤੱਕ ਕਿਵੇਂ ਪਹੁੰਚਣਾ। ਜਾਂ ਇਦਾਂ ਕਹਿ ਲਵਾਂ ਕਿ ਜੇ ਸਾਨੂੰ ਗੋਇੰਦਵਾਲ ਜਿਹੜਾ ਗੋਬਿੰਦਪੁਰੀ ਦੇ ਬਰਾਬਰ ਹੈ, ਜੇ ਸਾਨੂੰ ਗੁਰੂ ਦੇ ਚਰਨਾਂ 'ਚ ਹੀ ਬੈਠਣਾ ਨਹੀਂ ਆਇਆ, ਅਸੀਂ ਨਿਰੰਕਾਰ ਦੇ ਚਰਨਾਂ 'ਚ ਕਿੱਥੋਂ ਬਹਿ ਜਾਾਂਗੇ? ਜੇ ਸਾਨੂੰ ਬਾਹਰ ਦੇ ਬਣਾਏ ਸੱਚਖੰਡ ਅੰਦਰ ਹੀ ਨਹੀਂ ਭਾਵਨਾ ਨਾਲ ਬਹਿਣਾ ਆਇਆ, ਅਸੀਂ ਨਿਰੰਕਾਰ ਦੇ ਸੱਚਖੰਡ ਦੇ ਵਿੱਚ ਕਿਸ ਤਰ੍ਹਾਂ ਜਾ ਕੇ ਬੈਠ ਜਾਾਂਗੇ? ਪਹਿਲਾਂ ਸਾਨੂੰ ਗੁਰੂ ਦੇ ਦਰ ਤੇ ਬੈਠਣ ਦੀ ਜਾਚ ਆਵੇ, ਫਿਰ ਅਸੀਂ ਨਿਰੰਕਾਰ ਦੇ ਘਰ ਆ ਕੇ ਬੈਠ ਜਾਾਂਗੇ, ਉੱਥੇ ਥਾਂ ਮਿਲ ਜਾਏਗੀ। ਪਰ ਹਜੇ ਤੇ ਬਾਹਰੋਂ ਹੀ ਬੈਠਣ ਦਾ ਤਰੀਕਾ ਨਹੀਂ ਆਇਆ। ਇਸ ਲਈ ਗੁਰੂ ਰਾਮਦਾਸ ਜੀ ਇਹ ਸਾਰੀਆਂ ਬਖਸ਼ਿਸ਼ਾਂ ਤੁਹਾਨੂੰ ਕਿੱਥੇ ਮਿਲੀਆਂ ਨੇ? ਗੋਬਿੰਦਵਾਲ ਗੋਬਿੰਦਪੁਰੀ ਸਮ, ਜਿਹੜੀ ਗੋਬਿੰਦ ਦੀ ਪੁਰੀ ਦੇ ਬਰਾਬਰ ਗੋਇੰਦਵਾਲ ਸਾਹਿਬ ਹੈ। ਜਲਨ ਤੀਰ ਬਿਪਾਸ ਬਨਾਇਓ, ਜਲਨ ਦਾ ਅਰਥ ਹੈ ਵੀ ਜਿਹੜਾ ਉਹ ਜਲ ਦਾ ਦਰਿਆ ਹੈ, ਪਾਣੀ ਦਾ, ਜਿਹਨੂੰ ਬਿਪਾਸ ਬਿਆਸ ਕਹਿੰਦੇ ਨੇ। ਬਿਆਸਾ ਦਰਿਆ ਦੇ ਕੋਲ ਜਿਹੜੇ ਗੋਇੰਦਵਾਲ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਗੋਬਿੰਦਪੁਰੀ ਦੇ ਰੂਪ ਵਿੱਚ ਬਣਾ ਕੇ ਸਾਨੂੰ ਨਿਰੰਕਾਰ ਦੇ ਨਾਲ ਜੋੜਨ ਲਈ ਇੱਕ ਥਾਂ, ਇੱਕ ਸਿੱਖੀ ਦਾ ਧੁਰਾ ਦੇ ਦਿੱਤਾ ਕਿ ਜਿੱਥੇ ਆ ਕੇ ਅਸੀਂ ਗੁਰਮਤ ਦੀ ਪੜ੍ਹਾਈ ਪੜ੍ਹ ਕੇ ਅਸੀਂ ਗੁਰਸਿੱਖ ਬਣ ਕੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਕਰਨਾ ਹੈ, ਆਪਣੇ ਜੀਵਨ ਨੂੰ ਮਹਾਨ ਬਣਾਉਣਾ ਹੈ, ਇਨਸਾਨੀਅਤ ਦੇ ਵਿੱਚ ਦੇਵੀ ਗੁਣ ਭਰਨੇ ਨੇ। ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਜੋ ਸਾਨੂੰ ਵਹਿਮ ਭਰਮ ਦੇ ਵਿੱਚੋਂ ਕੱਢਦੇ, ਕਿੰਨੀ ਜਾਗਰਤਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਲਿਆਂਦੀ। ਕਰਮ ਕਾਂਡ ਜਿਹੜਾ ਸੀ ਉਹਨੂੰ ਗੁਰੂ ਸਾਹਿਬ ਜੀ ਨੇ ਸੰਗਤ ਔਰ ਪੰਗਤ ਦਾ ਰੂਪ ਦੇ ਕੇ ਉਸ ਕਰਮ ਕਾਂਡ ਨੂੰ ਜਿਹੜਾ ਖਤਮ ਕੀਤਾ। ਗੁਰੂ ਅਮਰਦਾਸ ਜੀ ਨੇ ਜੋ ਘੁੰਡ ਕੱਢਣ ਦੀ ਇੱਕ ਪ੍ਰਥਾ ਸੀ ਉਹਨੂੰ ਵੀ ਖਤਮ ਗੁਰੂ ਸਾਹਿਬ ਨੇ ਕਰਕੇ ਇੱਕ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੱਤਾ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਪਹਿਲੇ ਜਾਮੇ 'ਚ ਹੀ ਸਿੱਖਿਆ ਦੇ ਦਿੱਤੀ ਸੀ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਕਹਿੰਦੇ ਉਹਨੂੰ ਕਿਉਂ ਮੰਦਾ ਤੁਸੀਂ ਆਖਦੇ ਹੋ ਜਿਹਦੀ ਕੁੱਖ ਵਿੱਚੋਂ ਇੰਨੇ ਵੱਡੇ ਵੱਡੇ ਭਗਤ, ਰੱਬ ਦੇ ਪਿਆਰੇ, ਬੰਦਗੀ ਕਰਨ ਵਾਲੇ ਜਾਂ ਰਾਜੇ ਮਹਾਰਾਜੇ ਪੈਦਾ ਹੁੰਦੇ ਨੇ, ਸੋ ਕਿਉਂ ਮੰਦਾ ਆਖੀਐ। ਤੇ ਫਿਰ ਉਹਨੂੰ ਜਿਹੜਾ ਇੱਕ ਘੁੰਡ ਦੇ ਵਿੱਚ ਰੱਖ ਕੇ ਕਿਉਂ ਉਹਨੂੰ ਯਤਾਇਆ ਜਾਂਦਾ ਵੀ ਤੂੰ ਕਮਜ਼ੋਰ ਹੈ, ਤੂੰ ਹਮੇਸ਼ਾ ਇਨਸਾਨ ਪੁਰਸ਼ ਦੀ ਪੈਰ ਦੀ ਜੁੱਤੀ ਬਣ ਕੇ ਰਹਿਣਾ। ਪਰ ਗੁਰੂ ਅਮਰਦਾਸ ਜੀ ਨੇ ਇਹ ਘੁੰਡ ਦੀ ਪ੍ਰਥਾ ਜਿਹੜੀ ਸੀ ਇਹਨੂੰ ਖਤਮ ਕਰਕੇ ਇੱਕ ਸਤਿਗੁਰੂ ਜੀ ਨੇ ਧੀਆਂ ਵਾਲਾ ਜੋ ਮਾਣ ਸਤਿਕਾਰ ਪਿਆਰ ਮਿਲਣਾ ਚਾਹੀਦਾ ਸੀ, ਉਹ ਪਿਤਾ ਬਣ ਕੇ ਗੁਰੂ ਅਮਰਦਾਸ ਜੀ ਨੇ ਉਹ ਪਿਆਰ ਧੀਆਂ ਦਾ ਬਖਸ਼ਿਆ। ਔਰ ਸਬਰ ਦੀ ਦਾਤ ਗੁਰੂ ਸਾਹਿਬ ਨੇ ਦਿੱਤੀ ਕਿ ਰੋਜ਼ ਲੰਗਰ ਤਿਆਰ ਹੋਵੇ ਤੇ ਰੋਜ਼ ਜਿਹੜਾ ਉਹ ਭਾਂਡੇ ਲੰਗਰ ਦੇ ਜਿਹੜੇ ਨੇ ਮਾਂਜ ਕੇ ਮੁੱਦੇ ਕਰਕੇ ਰੱਖਣੇ ਵੀ ਅੱਜ ਉਹਨੇ ਇਹ ਭਾਂਡੇ ਭਰੇ ਨੇ ਤੇ ਕੱਲ ਵੀ ਉਹੀ ਭਰੇਗਾ। ਜੇ ਅੱਜ ਉਹਨੇ ਦਾਤੇ ਨੇ ਦਾਤਾਂ ਦਿੱਤੀਆਂ ਨੇ ਤੇ ਕੱਲ ਵੀ ਉਸੇ ਦਾਤੇ ਨੇ ਦਾਤਾਂ ਦੇਣੀਆਂ। ਇਹ ਨਹੀਂ ਕਿ ਅੱਜ ਦੇਣ ਵਾਲਾ ਹੋਰ ਸੀ ਤੇ ਕੱਲ ਹੋਰ ਸੀ। ਦੱਦਾ ਦਾਤਾ
ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨ ਆਵਈ ਆਗਨਤ ਭਰੇ ਭੰਡਾਰ। ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਇਹ ਪੰਗਤ ਔਰ ਸੰਗਤ ਨਾਲ ਜੋੜਿਆ, ਜਿੱਥੇ ਸਤਿਗੁਰੂ ਜੀ ਨੇ ਸਬਰ ਦੀ ਦਾਤ ਦਿੱਤੀ, ਉੱਥੇ ਗੁਰੂ ਸਤਿਗੁਰੂ ਮਹਾਰਾਜ ਨੇ ਜਾਤ ਪਾਤ ਤੋਂ ਵੀ ਸਾਨੂੰ ਉੱਚਾ ਚੁੱਕਿਆ, ਕਰਮ ਕਾਂਡ ਤੋਂ ਵੀ ਸਾਨੂੰ ਉੱਚਾ ਚੁੱਕਦੇ ਹੈ। ਅੱਜ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦਾ ਪੁਰਬ ਜਿਹੜਾ ਉਹਦੀਆਂ ਖੁਸ਼ੀਆਂ ਭਾਵਨਾ ਨਾਲ ਮਨਾਉਂਦੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਅਕਾਲ ਪੁਰਖ ਨਾਲ ਜੁੜੇ, ਇੱਕ ਅਕਾਲ ਪੁਰਖ ਦਾ ਰੂਪ ਤੇ ਇੱਕ ਅਕਾਲ ਪੁਰਖ ਨਾਲ ਹੀ ਜੋੜਨ ਦਾ ਯਤਨ ਕੀਤਾ ਗਿਆ। ਜਦੋਂ ਅਸੀਂ ਗੁਰੂ ਘਰ ਦੇ ਦੇਖੋ, ਹਰ ਇੱਕ ਜਿਹੜੇ ਨੇ ਸੰਸਾਰ ਵਿੱਚ ਜਿੰਨੇ ਧਰਮ ਨੇ ਉਹਨਾਂ ਦੀ ਆਪਣੀ ਆਪਣੀ ਇੱਕ ਮਰਿਆਦਾ ਹੈ। ਇਸਲਾਮ ਧਰਮ ਦੇ ਵਿੱਚ ਨਿਕਾਹ ਕੀਤਾ ਜਾਂਦਾ ਹੈ ਔਰ ਸਨਾਤਨ ਧਰਮ ਦੇ ਵਿੱਚ ਜਿਹੜਾ ਉਹ ਸ਼ੁਭ ਵਿਵਾਹ ਕੀਤਾ ਜਾਂਦਾ ਹੈ। ਪਰ ਜਦੋਂ ਗੁਰੂ ਘਰ ਵਿੱਚ ਆਉਂਦੇ ਆ, ਇੱਥੇ ਕੀ ਹੁੰਦਾ ਹੈ? ਆਨੰਦ ਕਾਰਜ ਹੁੰਦਾ ਹੈ। ਆਨੰਦ ਕਾਰਜ, ਤੇ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਕਾਰਜ ਔਰ ਕੰਮ ਵਿੱਚ ਬੜਾ ਫਰਕ ਹੁੰਦਾ ਜੀ। ਜਿਹੜੇ 4 ਲਾਵਾਂ ਦੇ ਪਾਠ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸੂਹੀ ਰਾਗ ਵਿੱਚ ਸਾਨੂੰ ਬਖਸ਼ਦੇ ਨੇ, ਉਹ ਅਸਲ ਵਿੱਚ ਸਾਡੇ ਅੰਦਰ ਦਾ ਕਾਰਜ ਸੀ। ਅਸੀਂ ਨਿਮਾਣੀ ਜਿੰਦ ਨੂੰ ਇਸਤਰੀ ਬਣਾ ਕੇ ਪਤੀ ਪਰਮੇਸ਼ਵਰ ਪਰਮਾਤਮਾ ਦੇ ਨਾਲ ਉਹਨੂੰ ਵਿਆਹਣਾ ਸੀ। ਤੇ ਜਿੱਦਨ ਸਾਡੀ ਜਿੰਦ ਨੇ ਪਰਮੇਸ਼ਵਰ ਨਾਲ ਵਿਆਹਿਆ ਜਾਣਾ ਸੀ, ਉਸ ਦਿਨ ਸਾਡਾ ਕਾਰਜ ਪੂਰਾ ਹੋ ਜਾਣਾ ਸੀ। ਤੇ ਜਿੱਦਨ ਕਾਰਜ ਪੂਰਾ ਹੋਣਾ ਸੀ, ਉਸ ਦਿਨ ਆਨੰਦ ਹੀ ਆਨੰਦ ਸੀ। ਜਿਹਦੇ ਵਿੱਚ ਆਨੰਦ, ਜਿਹਦੇ ਵਿੱਚ ਖੁਸ਼ੀਆਂ, ਜਿਹਦੇ ਵਿੱਚ ਖੇੜਾ ਹੈ। ਕਹਿਣ ਲੱਗੇ ਅੰਦਰ ਦੀਆਂ ਖੁਸ਼ੀਆਂ ਹੀ ਤੇਰੇ ਲਈ ਆਨੰਦ ਬਣਨਗੀਆਂ, ਬਾਹਰ ਦੀਆਂ ਖੁਸ਼ੀਆਂ ਤੇ ਕੁਝ ਸਮੇਂ ਬਾਅਦ ਗਮ ਵਿੱਚ ਬਦਲ ਜਾਂਦੀਆਂ ਨੇ। ਬਾਹਰ ਦਾ ਸੁੱਖ ਤਾਂ ਕੁਝ ਸਮੇਂ ਵਾਸਤੇ ਮਿਲਦਾ, ਕੁਝ ਦਿਨਾਂ ਬਾਅਦ, ਪਲਾਂ ਬਾਅਦ ਤਾਂ ਦੁੱਖ ਵਿੱਚ ਬਦਲ ਜਾਂਦਾ। ਪਰ ਜਿਹੜਾ ਆਨੰਦ ਹੁੰਦਾ ਨਾ, ਇਹ ਕਦੇ ਵੀ ਗਮ ਦੇ ਵਿੱਚ, ਦੁੱਖ ਵਿੱਚ ਨਹੀਂ ਬਦਲਦਾ। ਪਰ ਅਫਸੋਸ ਕਿ ਅਸੀਂ ਆਨੰਦ ਦਾ ਸ਼ਬਦ ਦਾ ਅਰਥ ਹੀ ਨਹੀਂ ਅਸੀਂ ਸਮਝ ਸਕੇ। ਅਸੀਂ ਤਾਂ ਖੇਡ ਬਣਾ ਲਈ ਕਿ ਅਸੀਂ ਜਿੱਦਾਂ ਮਰਜ਼ੀ, ਜਿਵੇਂ ਮਰਜ਼ੀ ਕੋਈ ਆਇਆ, ਚਲੋ 4 ਲਾਵਾਂ ਲਈਆਂ, 4 ਪਾਠ ਜਿਹੜੀਆਂ ਲਾਵਾਂ ਦਾ ਪਾਠ ਅਸੀਂ ਸੁਣਿਆ ਤੇ ਅਸੀਂ ਉਹ ਗਏ ਤੇ ਗੁਰੂ ਦਾ ਘਰ ਕਿਤੇ ਤੇ ਅਸੀਂ ਕਿਤੇ। ਅਸੀਂ ਆਨੰਦ ਕਾਰਜ ਦੇ ਜਿਹੜੇ ਅਰਥ ਸੀ ਉਹ ਅਸੀਂ ਸਮਝ ਹੀ ਨਹੀਂ ਸਕੇ। ਜਿੱਦਨ ਅਸੀਂ 4 ਲਾਵਾਂ ਦਾ ਪਾਠ ਜਿਹੜਾ ਹੈ, ਹਰ ਪਹਿਲਣੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਜਦੋਂ 4 ਲਾਵਾਂ ਦੇ ਪਾਠ ਦੇ ਅਰਥ ਜਿਹੜੇ ਨੇ ਸਮਝ ਲਾਂਗੇ, ਸੱਚ ਜਾਣਨਾ, ਸਾਡੇ ਬਾਹਰ ਦੇ ਗ੍ਰਸਥ ਜੀਵਨ ਵਿੱਚ ਵੀ ਆਨੰਦ ਔਰ ਸਾਡੇ ਆਤਮਿਕ ਮੰਡਲ ਵਿੱਚ ਵੀ ਆਨੰਦ ਬਣ ਜਾਏਗਾ। ਪਰ ਅਸੀਂ ਤੇ ਇੱਕ ਫਾਰਮੈਲਿਟੀ ਬਣਾ ਲਈ, ਅਸੀਂ ਤੇ ਇੱਕ ਰਸਮ ਬਣਾ ਲਈ ਵੀ ਹਾਂ ਬਾਕੀ ਸਾਰੇ ਕੰਮ ਪੈਲਸਾਂ ਵਿੱਚ ਹੋ ਜਾਣ, ਇੱਕ ਕੰਮ ਗੁਰੂ ਤੋਂ ਬਿਨਾ ਹੋਣਾ ਨਹੀਂ ਹੈ। ਬਸ ਉਹ ਥੋੜਾ ਜਿਹਾ ਸਮਾਂ ਕੱਢ ਕੇ ਆਉਂਦੇ ਆ, ਪਤਾ ਹੀ ਨਹੀਂ ਲੱਗਦਾ ਕਦੋਂ ਆਏ ਕਦੋਂ ਗਏ, ਤੇ ਉਹ 4 ਲਾਵਾਂ ਦੇ ਅਰਥ ਕਦੋਂ ਸਮਝਣੇ ਸੀ। ਉਹੀ ਤਾਂ ਟਾਈਮ ਸੀ, ਉਹੀ ਤੇ ਸਮਾਂ ਸੀ ਜਦੋਂ 4 ਲਾਵਾਂ ਇੱਕ ਪਾਠ ਔਰ 2 ਵਾਰੀ ਹੁੰਦਾ ਹੈ। ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਔਰ ਇੱਕ ਵਾਰੀ ਗੁਰੂ ਘਰ ਦੇ ਕੀਰਤਨੀਏ ਜਿਹੜੇ ਨੇ ਉਹਨੂੰ ਦੁਬਾਰਾ ਰਿਪੀਟ ਕਰਦੇ ਨੇ। ਕਿਉਂ ਕਰਦੇ ਨੇ? ਤਾਂ ਕਿ ਪਤਾ ਲੱਗ ਜਾਏ ਕਿ ਪਹਿਲਣੀ ਲਾਮ ਵਿੱਚ ਕੀ ਹੈ, ਦੂਜੀ ਲਾਮ ਵਿੱਚ ਕੀ, ਤੀਸਰੀ ਵਿੱਚ, ਚੌਥੀ ਵਿੱਚ ਕੀ ਹੈ। ਉਹਦੇ ਅਰਥ ਸਾਨੂੰ ਸਮਝ ਵਿੱਚ ਆ ਜਾਣ ਤੇ ਇਹ ਵੀ ਸਮਝ ਆਏਗਾ ਕਿ ਮੈਂ ਪੱਲਾ ਕਿਹਦਾ ਪਕੜਿਆ, ਤੇ ਅੱਜ ਤੋਂ ਪੱਲਾ ਪਕੜ ਕੇ ਮੈਂ ਆਪਣਾ ਆਪ ਸਮਰਪਣ ਕਿਹਨੂੰ ਕਰਨਾ ਹੈ। ਇਹ ਸਾਰੀਆਂ ਗੱਲਾਂ ਉਦੋਂ ਸਮਝਣੀਆਂ ਸੀ ਕਿ ਜਿੰਨੇ ਵੀ ਇਹ ਸਾਖ ਸੀ, ਇਹ ਸਾਰੇ ਮੇਰੇ ਵਾਸਤੇ ਕੂੜ ਨਜ਼ਰ ਆਉਣ ਲੱਗ ਪਏ ਜਦੋਂ ਮੈਂ ਇੱਕ ਦਾ ਪੱਲਾ ਪਕੜ ਕੇ ਉਹਦੇ ਮਗਰ ਮਗਰ ਚੱਲਣਾ ਹੈ। ਉਹ ਸਾਰੀਆਂ ਗੱਲਾਂ, ਉਹ ਸਮਾਂ ਸੀ, ਪਰ ਉਦੋਂ ਸਮਾਂ ਹੈ ਹੀ ਨਹੀਂ ਸੀ ਸਾਡੇ ਕੋਲ, ਕਿਉਂਕਿ ਸਮਾਂ ਤੇ ਅਸੀਂ ਪਹਿਲਾਂ ਹੀ ਬਾਹਰ ਬਹੁਤ ਲੰਘਾ ਕੇ ਆ ਗਏ। ਇੱਥੇ ਤੇ ਬਸ ਇਹੀ ਹੁੰਦਾ ਵੀ ਛੇਤੀ ਛੇਤੀ ਨਿਬੇੜਨ ਦਾ ਕੰਮ ਜਿਹੜਾ ਉਹ ਕੀਤਾ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਬੀਬੀ ਸੁਲੱਖਣੀ ਜੀ, ਸਾਡੇ ਲਈ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਜਿਹਨੂੰ ਵਿਆਹਣ ਵਾਸਤੇ ਬਟਾਲੇ ਦੀ ਧਰਤੀ ਤੇ ਜਾਂਦੇ ਆ, ਤੇ ਸਭ ਤੋਂ ਪਹਿਲੇ ਤੇ ਉਹ ਕੰਧ ਸਾਹਿਬ ਅਸਥਾਨ ਹੈ ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਬੈਠਣਾ।
ਔਰ ਕਈਆਂ ਦਾ ਜਿਹੜਾ ਕਈ ਕਹਿੰਦੇ ਨੇ ਉਹਨਾਂ ਨੇ ਮਜ਼ਾਕ ਵੀ ਕੀਤਾ ਜਾਂ ਜਾਣ ਬੁੱਝ ਕੇ ਉੱਥੇ, ਕਿਉਂਕਿ ਉਹ ਕੰਧ ਕੱਚੀ ਸੀ। ਇੱਕ ਮਾਈ ਦਾ ਆਉਣਾ ਤੇ ਉਹਨੇ ਕਹਿਣਾ ਵੀ ਅੱਜ ਪੁੱਤਰ ਤੇਰਾ ਵਿਆਹ ਹੈ, ਅੱਜ ਤਾਂ ਖੁਸ਼ੀਆਂ ਦਾ ਦਿਨ ਹੈ ਤੇ ਜਿਹੜੀ ਕੰਧ ਦੇ ਕੋਲ ਬੈਠਾ ਇਹ ਕੰਧ ਕੱਚੀ ਹੈ, ਇੱਥੋਂ ਦੀ ਉੱਠ ਕੇ ਪਾਸੇ ਹੋ ਜਾ, ਇਹਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਇਹਨੇ ਡਿੱਗ ਜਾਣਾ। ਤੇ ਸੁਭਾਵਕ ਹੀ ਗੁਰੂ ਸਾਹਿਬ ਨੇ ਕਿਹਾ ਸੀ, ਮਾਈ ਚਿੰਤਾ ਨਾ ਕਰ, ਇਹ ਕੰਧ ਡਿੱਗਦੀ ਨਹੀਂ, ਇਹ ਸਦੀਆਂ ਤੱਕ ਰਹਿ ਜਾਏਗੀ। ਅੱਜ ਵੀ ਆਪਾਂ ਜਦੋਂ ਉੱਥੇ ਜਾਂਦੇ ਆ, ਸਾਨੂੰ ਅੱਜ ਵੀ ਜਿਹੜਾ ਜਿਹਦੀ ਸੰਭਾਲ, ਕਿਉਂਕਿ ਉਹ ਇਤਿਹਾਸਕ ਜਿਹੜੇ ਅਸਥਾਨ ਨੇ, ਇਤਿਹਾਸਕ ਨਿਸ਼ਾਨੀਆਂ ਨੇ, ਲੋੜ ਹੈ ਕਿ ਉਹਨੂੰ ਸੰਭਾਲ ਕੇ ਰੱਖੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਨੂੰ ਉਹਨੂੰ ਵੇਖ ਕੇ, ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨੂੰ ਵੇਖ ਕੇ ਮਾਣ ਕਰਨਗੀਆਂ ਕਿ ਇਹ ਸਾਡੇ ਗੁਰੂ ਘਰ ਦੀਆਂ ਨਿਸ਼ਾਨੀਆਂ ਨੇ। ਪਰ ਜੇ ਉਹਨੂੰ ਆਪਾਂ ਸਮੇਂ ਦੇ ਨਾਲ ਮਿਟਾ ਦਿਆਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੱਥੋਂ ਦੱਸ ਸਕਾਂਗੇ? ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਤਿਹਾਸਕ ਅਸਥਾਨਾਂ ਤੇ ਕੀ ਕੁਝ ਹੋਇਆ, ਕੀ ਕੁਝ ਵਾਪਰਿਆ, ਉਹ ਜਦੋਂ ਪੁਰਾਤਨ ਨਿਸ਼ਾਨੀਆਂ ਹੀ ਮਿਟ ਗਈਆਂ ਤਾਂ? ਅੱਜ ਕਿੰਨੀਆਂ ਪੁਰਾਤਨ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਜੋਕੀ ਪੀੜ੍ਹੀ ਨੂੰ ਪਤਾ ਹੀ ਨਹੀਂ। ਬਹੁਤ ਐਸੀਆਂ ਪੁਰਾਤਨ ਵਸਤਾਂ ਨੇ, ਪਦਾਰਥ ਨੇ, ਚੀਜ਼ਾਂ ਨੇ ਜਿਹੜੀਆਂ ਨੇ ਅੱਜ ਸਮੇਂ ਦੇ ਮੁਤਾਬਕ ਮਿਟ ਗਈਆਂ, ਖਤਮ ਹੋ ਗਈਆਂ। ਪੁਰਾਤਨ ਸਾਜ਼ ਜਿਹੜੇ ਨੇ ਅਜੋਕੀ ਪੀੜ੍ਹੀ ਨੂੰ ਨਹੀਂ ਪਤਾ। ਜੋ ਪੁਰਾਤਨ ਜਿਹੜੇ ਸਾਜ਼ ਸੀ, ਜੋ ਵੀ ਸਨ ਸਾਜੋ ਸਮਾਨ, ਉਹ ਅਜੋਕੀ ਪੀੜ੍ਹੀ ਨੂੰ ਪਤਾ ਹੀ ਨਹੀਂ, ਕਿਉਂਕਿ ਉਹਨਾਂ ਨੇ ਵੇਖੀਆਂ ਹੀ ਨਹੀਂ। ਜਿੱਥੇ ਕਿਤੇ ਸੰਭਾਲ ਕੇ ਰੱਖੀਆਂ, ਕਿਤੇ ਕਿਤੇ ਟਾਵੇਂ। ਤੇ ਜਦੋਂ ਉੱਥੇ ਕੋਈ ਅਜੋਕੀ ਪੀੜ੍ਹੀ ਦਾ ਸਾਡਾ ਬੱਚਾ ਜਾਂਦਾ ਹੈ, ਉਹ ਹੈਰਾਨ ਹੋ ਜਾਂਦਾ ਵੀ ਇਹ ਕੀ ਅਨੋਖੀ ਚੀਜ਼ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਉਸ ਬਾਰੇ ਕੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਉੱਥੇ ਬਖਸ਼ਿਸ਼ ਕੀਤੀ, ਕਿਉਂਕਿ ਉਹ ਸਮਰੱਥ ਨੇ, ਆਪ ਨਿਰੰਕਾਰ ਦਾ ਰੂਪ ਨੇ। ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਫਿਰ ਉੱਥੇ ਕਹਿ ਸਕਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਸੁਹਾਵਣੀ ਹੋ ਗਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੇ ਸ਼ੁਰੂਆਤ ਵਿੱਚ ਹੀ ਕਹਿ ਦਿੱਤਾ ਕਿ ਗਲ ਦੇ ਵਿੱਚ ਆਹ ਜਨਊ ਨਹੀਂ ਪਾਉਣਾ ਜਿਹੜਾ ਤੁਸੀਂ ਰਸਮੀ ਤੌਰ ਤੇ ਪਵਾਉਂਦੇ ਹੋ, ਜੇ ਪਾਉਣਾ ਹੈ ਤਾਂ ਫਿਰ ਮੈਂ ਉਹ ਪਾਉਣਾ ਜਿਹਦੇ ਵਿੱਚ ਦਇਆ ਹੋਵੇ, ਜਿਹਦੇ ਵਿੱਚ ਸਬਰ ਹੋਵੇ, ਜਿਹਦੇ ਵਿੱਚ ਧਰਮ ਦੇ ਗੁਣ ਹੋਣ। ਮੈਂ ਉਹ ਵਾਲਾ ਜਨਊ ਤਾਂ ਪਾਉਣ ਨੂੰ ਤਿਆਰ ਹਾਂ, ਸੱਤ ਤੇ ਸੰਤੋਖ ਵਾਲਾ। ਪਰ ਆ ਜਿਹੜਾ ਤੁਸੀਂ ਪਹਿਨਾਉਂਦੇ ਹੋ, ਇਹ ਪਾਉਣਾ ਮੈਨੂੰ ਮਨਜ਼ੂਰ ਨਹੀਂ। ਗੁਰੂ ਸਾਹਿਬ ਅੱਜ ਅਸੀਂ ਫਿਰ ਭਰਮਾਂ ਦੇ ਵਿੱਚ ਭਟਕਦੇ ਪਏ ਹਾਂ, ਉਲਝ ਰਹੇ ਹਾਂ। ਪਰ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕਰਕੇ ਨਿਰਮਲ ਪੰਥ ਨੂੰ ਚਲਾਇਆ, ਅਸੀਂ ਉੱਥੋਂ ਲੈ ਕੇ ਚੱਲਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਸਾਹਿਬ ਜੀ ਨੇ ਗੁਰੂ ਕੇ ਸਿੱਖਾਂ ਨੂੰ ਨਵੇਕਲਾ ਜੀਵਨ ਦੇ ਕੇ, ਇੱਕ ਵੱਖਰਾ ਰੂਪ ਦੇ ਕੇ, ਇੱਕ ਕੌਮ ਵੱਖਰੀ ਜਿਹੜੀ ਹੈ ਉਹ ਬਣਾ ਦਿੱਤੀ। ਪਰ ਅਸੀਂ ਫਿਰ ਉਲਝਦੇ ਪਏ ਹਾਂ ਉਹਨਾਂ ਵਿੱਚ ਹੀ। ਅਸੀਂ ਫਿਰ ਮੁੜ ਕੇ ਉਹੀ ਉਲਝਣਾਂ ਵਿੱਚ ਉਲਝ ਕੇ ਆਪਣਾ ਸਮਾਂ ਗਵਾਉਂਦੇ ਹਾਂ। ਪਰ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਜਿਹੜੇ ਕਰਮ ਕਾਂਡ ਵਹਿਮ ਭਰਮ ਚੋਂ ਕੱਢਿਆ, ਅਸੀਂ ਫਿਰ ਉਸੇ ਪਾਸੇ ਨੂੰ ਆਉਣਾ ਚਾਹੁੰਦੇ ਹਾਂ। ਉਹਦੇ ਵਿੱਚੋਂ ਨਿਕਲ ਕੇ ਗੁਰੂ ਨਾਨਕ ਸਾਹਿਬ ਜੀ ਵਾਲੀ ਮੱਤ ਦੇ ਧਾਰਨੀ ਬਣੀਏ। ਸਾਹਿਬ ਜੀ ਕਹਿੰਦੇ, ਇੱਕ ਅਕਾਲ ਪੁਰਖ ਤੋਂ ਸਿਵਾ ਕੋਈ ਹੋਰ ਸਾਡੇ ਆਨੰਦ ਕਾਰਜ ਦਾ ਸਾਖੀ ਨਹੀਂ ਹੋ ਸਕਦਾ। ਆ ਜਿਹੜੀ ਤੁਸੀਂ ਅੱਗ ਬਾਲੀ ਹੈ, ਇਹਦੇ ਆਲੇ ਦੁਆਲੇ ਜਿਹੜੀ ਪਰਿਕਰਮਾ ਕਰਕੇ ਤੁਸੀਂ ਕਹਿੰਦੇ ਹੋ ਵੀ ਅੱਜ ਦਾ ਇਹ ਵਿਵਾਹ ਦਾ ਕਾਰਜ ਕਰਨਾ, ਤੇ ਮਹਾਰਾਜ ਕਹਿੰਦੇ ਨਹੀਂ, ਜੇ ਇਹ ਵਿਵਾਹ ਹੋਏਗਾ, ਬੀਬੀ ਸੁਲੱਖਣੀ ਜੀ ਦੇ ਨਾਲ ਅੱਜ ਸਾਡਾ ਆਨੰਦ ਕਾਰਜ ਹੋਏਗਾ, ਤਾਂ ਉਹ ਇੱਕ ਅੱਗ ਦੇ ਵਿਚਕਾਰ ਜਿਹੜਾ ਰੱਖ ਕੇ ਨਹੀਂ, ਜੇ ਹੋਏਗਾ ਤਾਂ ਇੱਕ ਓੰਕਾਰ ਦਾ ਆਸਰਾ ਲੈ ਕੇ ਇਹ ਕਾਰਜ ਹੋਏਗਾ। ਕਿਉਂਕਿ ਸਾਡਾ ਜਿਹੜਾ ਅਸਲ ਸਾਥੀ ਹੈ, ਜਿਹੜਾ ਸਾਡਾ ਅਸਲ ਜੀਵਨ ਦਾ ਮਾਲਕ ਹੈ, ਉਹ ਹੈ ਇੱਕ ਅਕਾਲ ਪੁਰਖ ਪਰਮੇਸ਼ਵਰ। ਇੱਕ ਅਕਾਲ ਪੁਰਖ ਦੇ ਨਾਮ ਦਾ ਆਸਰਾ ਲੈ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਜੀਵਨ ਦਾ ਆਨੰਦ ਕਾਰਜ ਦੀ ਰਸਮ ਉੱਥੇ ਨਿਭਾਉਂਦੇ ਨੇ। ਖੈਰ, ਗੱਲ ਚੱਲ ਰਹੀ ਸੀ ਗੋਇੰਦਵਾਲ ਸਾਹਿਬ ਦੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਦਰ ਤੇ ਗੁਰਸਿੱਖੀ ਦਾ ਜਿਹੜਾ ਪਹਾੜਾ ਪੜਾਇਆ ਗਿਆ, ਜਿਹੜੀ ਗੁਰੂ ਦੀ ਮੱਤ ਦਿੱਤੀ ਜਾ ਰਹੀ ਹੈ, ਭਾਈ ਜੇਠਾ ਜੀ ਉਸੇ ਸੰਗਤ ਵਿੱਚ ਬੈਠ ਕੇ ਉਸੇ ਮੱਤ ਨੂੰ ਧਾਰਨ ਕਰਕੇ ਗੁਰਮਤ ਦੀ ਪੜ੍ਹਾਈ ਪੜ੍ਹਦੇ ਨੇ।
ਤੇ ਇੱਕ ਦਿਨ ਫਿਰ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੀ ਗੋਬਿੰਦਪੁਰੀ ਦੇ ਸਮ ਉਸ ਮਾਲਕ ਦੇ ਘਰ ਦੇ ਬਰਾਬਰ ਉਹ ਅਸਥਾਨ ਹੈ, ਜਿੱਥੇ ਬੈਠ ਕੇ ਗੁਰੂ ਸਾਹਿਬ ਨੇ ਇਹ ਸਾਰੀਆਂ ਬਖਸ਼ਿਸ਼ਾਂ ਲਈਆਂ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਬਿਪਾਸ ਬਨਾਇਓ। ਜਿਹੜਾ ਬਿਆਸ ਦਰਿਆ ਜਲ ਨਾਲ ਭਰਿਆ ਹੋਇਆ, ਉਹਦੇ ਤੀਰ ਉਹਦੇ ਕਿਨਾਰੇ ਤੇ ਗੋਇੰਦਵਾਲ ਸਾਹਿਬ ਦੀ ਰਚਨਾ ਕਰਕੇ ਉਸ ਗੋਬਿੰਦਪੁਰੀ ਤੱਕ ਪਹੁੰਚਾਉਣ ਵਾਸਤੇ ਗੁਰੂ ਅਮਰਦਾਸ ਜੀ ਨੇ ਜੋ ਗੁਰਮਤ ਦੀ ਪੜ੍ਹਾਈ ਜਿਹੜੀ ਹੈ ਪੜ੍ਹਨ ਵਾਸਤੇ ਦਿੱਤੀ, ਉਹਨੂੰ ਪੜ੍ਹ ਕੇ ਤੁਸੀਂ ਗੁਰੂ ਦਾ ਦਰਸ਼ਨ ਵੀ ਕੀਤਾ, ਅੰਮ੍ਰਿਤ ਦਾ ਰਸ ਵੀ ਪੀਤਾ, ਔਰ ਜਿਹੜੀ ਅਕਾਲ ਪੁਰਖ ਨੇ ਵੀ ਤੁਹਾਡੀ ਮਦਦ ਕਰਕੇ ਉਹ ਬਿੱਧ ਬਣਾਈ ਤੇ ਤੁਸੀਂ ਗੁਰੂ ਅਮਰਦਾਸ ਜੀ ਤੋਂ ਸਾਰੀਆਂ ਬਖਸ਼ਿਸ਼ਾਂ ਲੈ ਕੇ ਆਪਣੇ ਮਨ ਨੂੰ ਇੱਕ ਥਾਂ ਤੇ ਟਿਕਾ ਲਿਆ। ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਇਓ ਦੁਖ ਦੂਰ ਬਰਖਨ ਕੋ, ਬਰਖ ਕਹਿੰਦੇ ਆ ਇੱਕ ਜਿਵੇਂ ਸਾਲ ਆਪਾਂ ਕਹਿੰਦੇ ਆ, ਬਰਖਨ ਦਾ ਅਰਥ ਹੈ ਵੀ ਕਿੰਨੇ ਸਾਲ, ਕਿੰਨੇ ਸਾਲਾਂ ਤੋਂ ਜਿਹੜਾ ਇੱਕ ਦੁੱਖ ਬਣਿਆ ਹੋਇਆ ਸੀ, ਉਹ ਦੁੱਖ ਜਿਹੜਾ ਉਹ ਸਦਾ ਲਈ ਦੂਰ ਹੋ ਗਿਆ। ਜੇ ਆਪਾਂ ਗੁਰੂ ਰਾਮਦਾਸ ਜੀ ਦੀ ਗੱਲ ਕਰੀਏ ਤਾਂ ਲਾਹੌਰ ਤੋਂ ਲੈ ਕੇ ਬਾਸਰਕੇ ਤੱਕ ਇੱਕ ਜਿਹੜਾ ਦੁੱਖ ਪਹਿਲਾ ਦੁੱਖ ਕੀ ਸੀ ਕਿ ਮਾਂ-ਬਾਪ ਦਾ ਸਰੀਰ ਜਿਹੜਾ ਉਹ ਚੋਲਾ ਤਿਆਗ ਜਾਣਾ, ਮਾਤਾ ਪਿਤਾ ਜੀ ਦਾ ਸਾਥ ਜਿਹੜਾ ਉਹ ਛੁੱਟ ਜਾਣਾ। ਦੂਜਾ ਕੀ ਸੀ ਕਿ ਆਪਣੇ ਪਰਾਏ ਹੋ ਜਾਣੇ, ਕੋਈ ਤਾਇਆ ਚਾਚਾ ਜਿਹੜਾ ਉੱਥੇ ਨਜ਼ਰ ਨਾ ਆਉਣਾ। ਤੀਸਰਾ ਕੀ ਸੀ ਕਿ ਬਾਸਰ ਕੇ ਆ ਕੇ ਜਿਹੜਾ ਉਹ ਘੁਗਣੀਆਂ ਛੋਲੇ ਉਬਾਲ ਕੇ ਦੇਣੇ ਤੇ ਉਹਨਾਂ ਨੂੰ ਗਲੀ ਗਲੀ ਜਾ ਕੇ ਵੇਚਣਾ। ਕਹਿੰਦੇ ਕਈ ਪ੍ਰਕਾਰ ਦਾ ਜਿਹੜਾ ਦੁੱਖ ਸੀ ਅੱਜ ਜਿਹੜੇ ਕਈ ਸਾਲਾਂ ਦਾ ਬਣਿਆ ਹੋਇਆ। ਜਦੋਂ ਗੁਰੂ ਅਮਰਦਾਸ ਜੀ ਦਾ ਤੁਸੀਂ ਮੁਖ ਵੇਖਿਆ, ਗੁਰੂ ਅਮਰਦਾਸ ਜੀ ਦਾ ਦਰਸ਼ਨ ਤੁਸੀਂ ਕੀਤਾ ਤੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਨ ਦੇ ਨਾਲ ਕਈ ਸਾਲਾਂ ਦੇ ਦੁੱਖ ਜਿਹੜੇ ਸੀ ਉਹ ਦੂਰ ਹੋ ਗਏ ਔਰ ਬਹੁਤ ਵੱਡੇ ਸੁੱਖ ਦੀ ਪ੍ਰਾਪਤੀ ਹੋ ਗਈ। ਇੱਕ ਤਾਂ ਇਹ ਅਰਥ ਨੇ। ਦੂਜਾ ਅਰਥ, ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਤੁਹਾਡਾ ਆ ਕੇ ਭਾਵਨਾ ਨਾਲ ਦਰਸ਼ਨ ਕੀਤਾ। ਇੱਥੇ ਬਰਖ ਦਾ ਅਰਥ ਅਸੀਂ ਕਈ ਸਦੀਆਂ ਵੀ ਕਰ ਸਕਦੇ ਹਾਂ, ਜਿਵੇਂ ਬਹੁਤ ਜਨਮ ਵਿਛੜੇ ਥੇ ਮਾਧੋ, ਉਹ ਜਿਹੜੇ ਕਈ ਜਨਮਾਂ ਤੋਂ ਵਿਛੋੜਾ ਪਿਆ ਸੀ, ਉਸ ਵਿਛੋੜੇ ਦਾ ਦੁੱਖ ਅੰਦਰ ਜਿਹੜਾ ਬਣਿਆ ਹੋਇਆ ਸੀ, ਜਦੋਂ ਗੁਰੂ ਦਾ ਮੁਖ ਆ ਕੇ ਵੇਖਿਆ, ਗੁਰੂ ਦਾ ਦਰਸ਼ਨ ਕੀਤਾ, ਗੁਰੂ ਦਾ ਦੀਦਾਰ ਕੀਤਾ ਤੇ ਉਹ ਕਈ ਜਨਮਾਂ ਦਾ ਦੁੱਖ ਵੀ ਅੰਦਰੋਂ ਜਿਹੜਾ ਉਹ ਮੁੱਕ ਗਿਆ ਔਰ ਬਹੁਤ ਵੱਡੇ ਸੁੱਖ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਦੇ ਦਰ ਤੇ ਆ ਕੇ ਹੁੰਦੀ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਰਾਮਦਾਸ ਮਹਾਰਾਜ, ਅੱਜ ਤੁਸੀਂ ਧੰਨ ਧੰਨ ਰਾਮਦਾਸ ਗੁਰੂ ਦੇ ਰੂਪ ਵਿੱਚ ਬੈਠਾ ਸੋਢੀ ਪਾਤਸ਼ਾਹ ਦੇ ਰੂਪ ਵਿੱਚ ਹਰ ਥਾਂ ਦੇ ਉੱਤੇ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਹੋ। ਪਰ ਤੁਸੀਂ ਆਪ ਹੀ ਆਪਣੀ ਰਸਨਾ ਤੋਂ ਕਹਿ ਰਹੇ ਹੋ ਕਿ ਇੱਕ ਸਮਾਂ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਇੱਕ ਟਾਈਮ ਉਹ ਵੀ ਸੀ ਜਦੋਂ ਕੋਈ ਬਾਤ ਪੁੱਛਣ ਵਾਲਾ ਵੀ ਨਹੀਂ ਸੀ, ਕੋਈ ਹਾਲ ਪੁੱਛਣ ਵਾਲਾ ਵੀ ਨਹੀਂ ਸੀ, ਕੋਈ ਪ੍ਰਸ਼ਾਦਾ ਪੁੱਛਣ ਵਾਲਾ, ਰੋਟੀ ਪੁੱਛਣ ਵਾਲਾ ਵੀ ਨਹੀਂ ਸੀ, ਕੋਈ ਹਾਲ ਪੁੱਛਣ ਵਾਲਾ ਵੀ ਨਹੀਂ ਸੀ। ਪਰ ਇੱਕ ਸਮਾਂ ਇਹ ਆਇਆ ਕਿ ਅੱਜ ਸਾਰੀ ਦੁਨੀਆ ਜਿੱਥੇ ਜਿੱਥੇ ਵੀ ਕੋਈ ਬੈਠਾ, ਉਹ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਦਰ ਤੇ ਆਪਣਾ ਦੁੱਖੜਾ ਸੁਣਾਉਣ ਵਾਸਤੇ ਆਉਂਦਾ ਹੈ। ਉਹ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਤੁਹਾਡੇ ਦਰ ਉੱਤੇ ਆਉਂਦਾ ਹੈ। ਉਹ ਅਰਦਾਸ ਕਰਦਾ ਹੈ ਕਿ ਗੁਰੂ ਰਾਮਦਾਸ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ, ਸਾਡੇ ਜੀਵਨ ਦਾ ਦੁੱਖ ਕੱਟ ਕੇ ਸਾਨੂੰ ਕਦੇ ਵੀ ਕਿਸੇ ਹੋਰ ਦਾ ਮੁਹਤਾਜ ਨਾ ਬਣਨਾ ਪਵੇ, ਆਪਣੇ ਦਰ ਤੇ ਰੱਖ ਲੈਣਾ। ਗੁਰ ਰਾਮਦਾਸ ਰੱਖੋ ਸ਼ਰਨਾਈ। ਏਡੀਆਂ ਵੱਡੀਆਂ ਬਖਸ਼ਿਸ਼ਾਂ ਦੇ ਮਾਲਕ ਤੁਸੀਂ ਬਣ ਗਏ, ਪਰ ਉਹ ਕਿਵੇਂ ਬਣੇ? ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਨੇ ਤੁਹਾਡੇ ਸੀਸ ਉੱਤੇ ਆਪਣਾ ਮਿਹਰ ਦਾ ਹੱਥ ਧਰ ਦਿੱਤਾ। ਤੇ ਸਮਰੱਥ ਗੁਰੂ ਕੌਣ ਹੈ? ਧੰਨ ਗੁਰੂ ਅਮਰਦਾਸ ਮਹਾਰਾਜ।
ਤੇ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਸਮਰੱਥ ਕਿਵੇਂ ਹੋ ਗਏ? ਜਦੋਂ ਗੁਰੂ ਅੰਗਦ ਦੇਵ ਜੀ ਨੇ ਤੁਹਾਡੇ ਸੀਸ ਤੇ ਸਮਰੱਥ ਮਿਹਰ ਦਾ ਹੱਥ ਜਿਹੜਾ ਸੀ ਉਹ ਰੱਖਿਆ, ਤੇ ਗੁਰੂ ਅੰਗਦ ਦੇਵ ਜੀ ਤੁਸੀਂ ਸਮਰੱਥ ਕਿਵੇਂ ਹੋ ਗਏ? ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੇ ਸੀਸ ਦੇ ਉੱਤੇ ਆਪਣਾ ਮਿਹਰ ਦਾ ਹੱਥ ਰੱਖਿਆ, ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣਾਇਆ, ਔਰ ਜਦੋਂ ਗੁਰੂ ਅੰਗਦ ਦੇਵ ਜੀ ਨੇ ਹੱਥ ਰੱਖਿਆ, ਅਮਰਦਾਸ ਜੀ ਤੋਂ ਗੁਰੂ ਅਮਰਦਾਸ ਜੀ ਦਾ ਰੂਪ ਬਣਾਇਆ, ਜਿਹਨੂੰ ਕਹਿ ਸਕਦੇ ਹਾਂ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਹੁਣ ਇੱਕ ਗੱਲ ਇੱਥੇ ਖਿਆਲ ਰੱਖਿਓ, ਗੁਰੂ ਨਾਨਕ ਸਾਹਿਬ ਦੇ ਸਿਰ ਤੇ ਕਿਹੜੇ ਗੁਰੂ ਨੇ ਹੱਥ ਧਰਿਆ? ਗੁਰੂ ਅੰਗਦ ਦੇਵ ਜੀ ਦੇ ਸਿਰ ਤੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਧਰਿਆ, ਕਿਉਂਕਿ ਉਹ ਸਰਬ ਕਲਾ ਸਮਰੱਥ ਨੇ। ਇਹਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਜੀ ਆਪ ਹੀ ਅਕਾਲ ਪੁਰਖ ਨਿਰੰਕਾਰ ਦਾ ਰੂਪ ਬਣ ਕੇ ਇਸ ਧਰਤੀ ਤੇ ਆਏ ਨੇ। ਇਹ ਆਪਣਾ ਸਮਰੱਥ ਮਿਹਰ ਭਰਿਆ ਹੱਥ ਸਾਡੇ ਤੇ ਰੱਖਣ ਵਾਸਤੇ। ਇੱਥੇ ਹੀ ਗੱਲ ਮੁੱਕ ਜਾਂਦੀ ਹੈ। ਅਸੀਂ ਵੇਖੀਏ ਤੇ ਸਹੀ, ਗੁਰੂ ਨਾਨਕ ਸਾਹਿਬ ਨੇ ਗੁਰੂ ਧਾਰਿਆ ਕਿਹਨੂੰ ਹੈ? ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਗੁਰੂ ਤੇ ਸਿੱਖਿਆ ਲਈ ਹੈ? ਜਾਂ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਕਿਹੜੇ ਗੁਰੂ ਨੇ ਮਿਹਰ ਦਾ ਹੱਥ ਧਰਿਆ? ਇਤਿਹਾਸ 'ਚ ਕੋਈ ਨਹੀਂ ਮਿਲੇਗਾ, ਕੇਵਲ ਮਿਲੇਗਾ ਤਾਂ ਸ਼ਬਦ ਗੁਰੂ ਮਿਲੇਗਾ। ਸ਼ਬਦ ਗੁਰੂ ਨੂੰ ਗੁਰੂ ਸਾਹਿਬ ਜਿਹੜਾ ਉਹ ਲੈ ਕੇ ਚੱਲਦੇ ਨੇ। ਇਹਦਾ ਮਤਲਬ ਉਹ ਨਿਰੰਕਾਰ ਨੇ ਆਪਣਾ ਰੂਪ ਧਾਰ ਕੇ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਤੇ ਅਸੀਂ ਕਿਹੜੀਆਂ ਗੱਲਾਂ ਲੈ ਕੇ ਉਲਝ ਰਹੇ ਹਾਂ ਆਪਸ ਵਿੱਚ, ਕਿਹੜੀਆਂ ਵਿਚਾਰਾਂ ਲੈ ਕੇ ਅਸੀਂ ਆਪਸ ਵਿੱਚ ਵਾਦ ਵਿਵਾਦ ਵਿੱਚ ਪਏ ਹੋਏ ਹਾਂ। ਇੱਥੋਂ ਹੀ ਆਪਾਂ ਅੰਦਾਜ਼ਾ ਲਾ ਲਈਏ ਕਿ ਗੁਰੂ ਨਾਨਕ ਸਾਹਿਬ ਇਤਿਹਾਸ ਵਿੱਚ ਕਿੱਥੇ ਮਿਲਦਾ ਹੈ ਕਿ ਕਿਹੜੇ ਗੁਰੂ ਨੇ ਤੁਹਾਡੇ ਸਿਰ ਤੇ ਮਿਹਰ ਦਾ ਹੱਥ ਰੱਖਿਆ। ਹਾਂ, ਗੁਰੂ ਅੰਗਦ ਦੇਵ ਜੀ ਦੇ ਸੀਸ ਤੇ ਮਿਹਰ ਦਾ ਹੱਥ ਗੁਰੂ ਨਾਨਕ ਸਾਹਿਬ ਤੁਸੀਂ ਰੱਖਿਆ। ਗੁਰੂ ਅੰਗਦ ਦੇਵ ਜੀ ਦਾ ਆਪਣਾ ਰੂਪ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ, ਤੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਤੁਸੀਂ ਆਪਣਾ ਮਿਹਰ ਦਾ ਹੱਥ ਗੁਰੂ ਅਮਰਦਾਸ ਜੀ ਦੇ ਸੀਸ ਤੇ ਰੱਖਿਆ। ਤੇ ਗੁਰੂ ਅੰਗਦ ਦੇਵ ਜੀ ਨੇ ਆਪਣਾ ਰੂਪ ਜਦੋਂ ਕਾਇਆ ਬਦਲੀ ਹੈ, ਤੇ ਜੋਤ ਤਾਂ ਗੁਰੂ ਨਾਨਕ ਸਾਹਿਬ ਦੀ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਗੁਰੂ ਰਾਮਦਾਸ ਜੀ ਦੇ ਸਿਰ ਤੇ ਮਿਹਰ ਦਾ ਹੱਥ ਰੱਖਿਆ, ਤੇ ਸਰਬ ਕਲਾ ਸਮਰੱਥ ਬਣਾ ਦਿੱਤਾ। ਇਸ ਲਈ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਜੀ ਜਦੋਂ ਤੁਹਾਡੇ ਸੀਸ ਉੱਤੇ ਸਮਰੱਥ ਗੁਰੂ ਸਿਰ ਹੱਥ ਧਰਿਓ, ਜਦੋਂ ਸਮਰੱਥ ਗੁਰੂ ਅਮਰਦਾਸ ਜੀ ਨੇ ਤੁਹਾਡੇ ਸੀਸ ਤੇ ਹੱਥ ਧਰਿਆ ਤੇ ਤੁਸੀਂ ਕਿਹਾ, ਤੁਸੀਂ ਬੋਲ ਪਏ ਉਦੋਂ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਹਿਣ ਲੱਗੇ ਅੱਜ ਜਦੋਂ ਤੁਸੀਂ ਮੈਨੂੰ ਆਪਣੇ ਆਸਨ ਤੇ ਥਾਪ ਕੇ ਧੰਨ ਗੁਰੂ ਰਾਮਦਾਸ ਜੀ ਦਾ ਰੂਪ ਬਣਾਇਆ, ਔਰ ਇਹ ਕੇਵਲ ਸਿੱਖ ਸੰਗਤਾਂ ਨੂੰ ਨਹੀਂ ਝੁਕਣ ਲਈ, ਆਪ ਵੀ ਗੁਰੂ ਅਮਰਦਾਸ ਜੀ ਝੁਕ ਗਏ ਗੁਰੂ ਰਾਮਦਾਸ ਜੀ ਅੱਗੇ। ਮੋਹਰੀ ਪੁੱਤ ਸਨਮੁਖ ਹੋਇਆ ਗੁਰੂ ਰਾਮਦਾਸ ਪੈਰੀ ਪਾਏ ਜਿਓ। ਕਹਿੰਦੇ ਆਪਣੇ ਪੁੱਤਰ ਨੂੰ ਵੀ ਕਿਹਾ ਕਿ ਪੁੱਤ ਮੋਹਰੀ ਤੂੰ ਵੀ ਅੱਗੇ ਹੋ, ਤੇ ਅੱਜ ਤੋਂ ਝੁਕ ਕੇ ਗੁਰੂ ਰਾਮਦਾਸ ਜੀ ਅੱਗੇ ਨਮਸਕਾਰ ਕਰ, ਕਿਉਂਕਿ ਸਮਰੱਥ ਦੇ ਰੂਪ ਵਿੱਚ ਜੇ ਅੱਜ ਕੋਈ ਹੈ ਤੇ ਉਹ ਗੁਰੂ ਰਾਮਦਾਸ ਜੀ ਨੇ। ਹੁਣ ਕਿਉਂ ਨੇ? ਕਿਉਂਕਿ ਗੁਰੂ ਅਮਰਦਾਸ ਜੀ ਸਮਰੱਥ, ਉਹਨਾਂ ਨੇ ਆਪਣਾ ਸਮਰੱਥ ਮਿਹਰ ਭਰਿਆ ਹੱਥ ਤੁਹਾਡੇ ਸੀਸ ਤੇ ਧਰਿਆ ਸੀ। ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਜਦੋਂ ਤੁਸੀਂ ਭਾਈ ਜੇਠਾ ਜੀ ਬਣ ਕੇ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਆਏ, ਗੋਬਿੰਦਵਾਲ ਗੋਬਿੰਦਪੁਰੀ ਵਿੱਚ ਜਦੋਂ ਤੁਹਾਡਾ ਆਉਣਾ ਹੋਇਆ, ਤੇ ਸਮਰੱਥ ਗੁਰੂ ਜੀ ਨੇ ਤੁਹਾਡੇ ਸੀਸ ਤੇ ਆਪਣਾ ਸਮਰੱਥ ਮਿਹਰ ਦਾ ਹੱਥ ਵੀ ਧਰਿਆ, ਔਰ ਗੁਰ ਕੀਨੀ, ਗੁਰ ਦੇ ਰਾਰੇ ਨੂੰ ਸਿਹਾਰੀ ਗੁਰੂ ਨੇ ਕੀਨੀ ਕਿਰਪਾ, ਆਪਣੀ ਕਿਰਪਾ ਵੀ ਤੁਹਾਡੇ ਤੇ ਕੀਤੀ। ਹਰ ਨਾਮ ਦਿਓ, ਤੇ ਸਾਰਾ ਨਾਮ ਦਾ ਖਜ਼ਾਨਾ ਤੁਹਾਨੂੰ ਦੇ ਦਿੱਤਾ। ਜਿੰਨਾ ਵੀ ਨਾਮ ਦਾ ਖਜ਼ਾਨਾ ਸੀ ਉਹ ਸਾਰਾ ਤੁਹਾਡੀ ਝੋਲੀ ਵਿੱਚ ਪਾ ਦਿੱਤਾ। ਕਿਹੜੇ ਗੁਰੂ ਨੇ? ਕਹਿੰਦੇ ਜਿਸ ਦੇਖ ਚਰਨ ਅਗਨ ਹਰਿਓ। ਜਿਹਦੇ ਚਰਨਾਂ ਨੂੰ ਵੀ ਭਾਵਨਾ ਨਾਲ ਜੇ ਤੱਕ ਲਿਆ ਜਾਏ ਨਾ,
ਤੇ ਅੰਦਰ ਦੇ ਪਾਪ ਸਾਰੇ ਦੇ ਸਾਰੇ ਦੂਰ ਹੋ ਜਾਂਦੇ ਨੇ। ਭਾਵ ਜਿਹੜੇ ਪਾਪ ਦੇ ਅੰਦਰ ਖਿਆਲ ਬਣਦੇ ਨੇ ਨਾ, ਜਿਹੜੇ ਅੰਦਰ ਖਿਆਲ, ਜਿਹੜੇ ਵਿਚਾਰਾਂ ਅੰਦਰ ਮਨ ਵਿੱਚ ਬਣਦੀਆਂ ਨੇ, ਉਹ ਸਾਰੇ ਖਿਆਲ ਹੀ ਨਿਕਲ ਜਾਂਦੇ ਨੇ। ਉਹ ਅੰਦਰੋਂ ਮਨ ਵਿੱਚ ਬਣਨ ਵਾਲੀਆਂ ਘਾੜਤਾਂ ਵਿਚਾਰਾਂ ਸਾਰੀਆਂ ਦੂਰ ਹੋ ਜਾਂਦੀਆਂ ਨੇ। ਜਿਹਨੇ ਸਮਰੱਥ ਗੁਰੂ ਦੇ ਚਰਨਾਂ ਵਿੱਚ ਵੀ ਭਾਵਨਾ ਨਾਲ ਆ ਕੇ ਚਰਨਾਂ ਨੂੰ ਵੀ ਭਾਵਨਾ ਨਾਲ ਤੱਕ ਲਿਆ, ਉਹਦੇ ਸਾਰੇ ਪਾਪ ਦੀਆਂ ਵਿਚਾਰਾਂ, ਖਿਆਲ, ਬੁਰਾਈਆਂ ਅੰਦਰੋਂ ਨਿਕਲ ਜਾਂਦੀਆਂ ਨੇ। ਉਸ ਸਮਰੱਥ ਗੁਰੂ ਨੇ ਤੁਹਾਡੇ ਸੀਸ ਤੇ ਮਿਹਰ ਦਾ ਹੱਥ ਧਰ ਕੇ ਤੁਹਾਨੂੰ ਸਾਰਾ ਖਜ਼ਾਨਾ ਜਿੰਨਾ ਵੀ ਸੀ ਨਾਮ ਦਾ, ਉਹ ਤੁਹਾਨੂੰ ਬਖਸ਼ ਦਿੱਤਾ। ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਜਦੋਂ ਸਤਿਗੁਰੂ ਨੇ ਤੁਹਾਡੇ ਤੇ ਮਿਹਰ ਦਾ ਹੱਥ ਰੱਖ ਕੇ ਨਾਮ ਦਾ ਖਜ਼ਾਨਾ ਦਿੱਤਾ, ਉਹ ਤੇ ਅੱਜ ਵੀ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅੱਜ ਵੀ ਸਾਡੇ ਤੇ ਮਿਹਰ ਦਾ ਹੱਥ ਰੱਖਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅੱਜ ਵੀ ਸਤਿਗੁਰ ਸਿੱਖ ਕੋ ਨਾਮ ਧਨ ਦੇ। ਤੇ ਜੇ ਗੁਰੂ ਕਾ ਸਿੱਖ ਹੀ ਭਟਕ ਜਾਏ ਤੇ ਫਿਰ ਉੱਥੇ ਗੁਰੂ ਕੀ ਕਰਨਗੇ? ਹਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਜਿਨ੍ਹਾਂ ਨੂੰ ਆ ਗਈ ਹੈ, ਮੁਬਾਰਕ ਹੈ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸਮਝ ਆ ਗਈ, ਉਹਨਾਂ ਨੂੰ ਮੁਬਾਰਕ ਹੈ। ਪਰ ਅੱਜ ਵੀ ਅਸੀਂ ਹਰ ਵਾਰੀ ਜ਼ਿਕਰ ਕਰੀਦਾ, ਜਦੋਂ ਨਾਮ ਦੀ ਗੱਲ ਆਉਂਦੀ ਆ ਨਾ, ਉਦੋਂ ਹੱਥ ਜੋੜ ਕੇ ਜ਼ਿਕਰ ਕਰੀਦਾ ਕਿ ਅੱਜ ਵੀ ਕਿਤੇ ਨਾ ਕਿਤੇ ਕੋਈ ਆ ਕੇ ਕਹਿੰਦਾ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾਮ ਦੇ ਦਿਓ। ਇਹਦਾ ਮਤਲਬ ਹਜੇ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਿਆ ਹੀ ਨਹੀਂ। ਹਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਮਝ ਵਿੱਚ ਹੀ ਨਹੀਂ ਆਈ। ਹਜੇ ਜਿਵੇਂ ਲੋਕੀ ਨਾਮ ਦਿੰਦੇ ਨੇ ਨਾ, ਵੱਖਰੇ ਵੱਖਰੇ, ਕੋਈ ਕੰਨਾਂ 'ਚ, ਕੋਈ ਕਿੱਦਾਂ, ਕੋਈ ਕਿੱਦਾਂ, ਅਸੀਂ ਵੀ ਹਜੇ ਇਹੀ ਸੋਚਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਕੋਈ ਇੱਕ ਅੱਖਰ ਦਾ, 5 ਅੱਖਰਾਂ ਦਾ ਨਾਮ ਦਿੱਤਾ ਜਾਏਗਾ। ਪਰ ਗੁਰੂ ਸਾਹਿਬ ਕਹਿੰਦੇ ਮੈਂ ਤੇ ਕਿਸੇ ਤੋਂ ਕੁਝ ਲੁਕਾਇਆ ਹੀ ਨਹੀਂ, ਮੈਂ ਤੇ ਕਿਸੇ ਤੋਂ ਕੁਝ ਛੁਪਾਇਆ ਹੀ ਨਹੀਂ ਹੈ। ਜਿਹੜੀ ਗੁਰਬਾਣੀ ਹੈ ਇਹੀ ਤੁਹਾਡੇ ਲਈ ਨਾਮ ਹੈ। ਇਸ ਗੁਰਬਾਣੀ ਦਾ ਅਭਿਆਸ ਕਰੋ, ਇਹੀ ਤੁਹਾਡੇ ਲਈ ਨਾਮ ਦਾ ਅਭਿਆਸ ਹੈ। ਔਰ ਇਹ ਗੁਰਬਾਣੀ ਵਿੱਚ ਜਿਹੜਾ ਨਾਮ ਹੈ ਉਹ ਕਿਸੇ ਤੋਂ ਲੁਕਾਇਆ ਨਹੀਂ ਹੈ, ਸਾਰਿਆਂ ਨੂੰ ਸਾਂਝੇ ਤੌਰ ਤੇ ਉਪਦੇਸ਼ ਹੈ ਕਿ ਭਾਈ ਤੁਸੀਂ ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਤੁਸੀਂ ਰਲ ਮਿਲ ਕੇ ਗੁਰਬਾਣੀ ਦਾ ਅਭਿਆਸ ਕਰਿਓ, ਸੰਗਤ ਰਲ ਮਿਲ ਕੇ ਪਰਮਾਤਮਾ ਦੇ ਨਾਮ ਦਾ ਉਚਾਰਨ ਕਰੇ। ਆਪ ਜਪੋ ਅਵਰਹ ਨਾਮ ਜਪਾਵੋ। ਇਹ ਨਹੀਂ ਕਿਹਾ ਵੀ ਆ ਤੈਨੂੰ ਮੈਂ ਸ਼ਬਦ ਹੋਰ ਦਿੰਨਾ, ਤੈਨੂੰ ਹੋਰ ਦਿੰਨਾ, ਤੈਨੂੰ ਹੋਰ ਦਿੰਨਾ, ਨਹੀਂ। ਵੱਖਰੇ ਵੱਖਰੇ ਸ਼ਬਦ ਨਹੀਂ, ਪਰ ਮਾਫ ਕਰਨਾ। ਇਹ ਸਾਡਾ ਦੁਖਾਂਤ ਹੈ ਕਿ ਅੱਜ ਅਸੀਂ ਸ਼ਬਦ ਵੰਡਣ ਲੱਗ ਪਏ ਹਾਂ। ਇਹ ਦੁਖਾਂਤ ਹੈ ਸਾਡਾ ਕਿ ਅੱਜ ਬਹੁਤ ਐਸੇ ਥਾਵਾਂ ਬਣੀਆਂ ਨੇ ਜਿੱਥੇ ਸ਼ਬਦ ਵੰਡੇ ਜਾ ਰਹੇ ਨੇ। ਪਰ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਤਿਹਾਸ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਸਾਨੂੰ ਚਰਨੀ ਲਾਇਆ ਤੇ ਕਿੱਥੇ ਕਿਹਾ ਵੀ ਆਹ ਸ਼ਬਦ ਵੰਡ ਕੇ ਲੈ ਲਿਓ। ਖੱਤਰੀ ਜਿਹੜੇ ਆਉਣਗੇ ਉਹ ਆਹ ਸ਼ਬਦ ਲੈ ਲਿਓ, ਜਿਹੜੇ ਬ੍ਰਾਹਮਣ ਆਉਣਗੇ, ਸ਼ੂਦਰ ਆਉਣਗੇ, ਵੈਸ਼ ਆਉਣਗੇ, ਜਾਂ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਜਾਤਾਂ ਦੇ, ਵੱਖ-ਵੱਖ ਮੁਲਕਾਂ ਦੇ ਆਉਣ ਤਾਂ ਆਹ ਸ਼ਬਦ ਵੰਡ ਕੇ ਅਸੀਂ ਵੰਡੀਆਂ ਪਾ ਦਿੱਤੀਆਂ ਸ਼ਬਦ ਦੀਆਂ। ਅਸੀਂ ਗੁਰੂ ਸਾਹਿਬ ਜੀ ਨੇ ਤਾਂ ਸਾਰੇ ਸ਼ਬਦਾਂ ਦਾ ਸੁਮੇਲ ਕਰਕੇ ਇੱਕ ਗ੍ਰੰਥ ਸਾਹਿਬ ਦਾ ਰੂਪ ਦਿੱਤਾ ਸੀ, ਪਰ ਅਸੀਂ ਫਿਰ ਸ਼ਬਦਾਂ ਨੂੰ ਵੰਡਣ 'ਚ ਲੱਗੇ ਹਾਂ। ਅਸੀਂ ਵੰਡੀਏ ਨਾ, ਸਗੋਂ ਆਪ ਜਪੋ ਅਵਰਹ ਨਾਮ ਜਪਾਵੋ। ਆਪ ਵੀ ਬਾਣੀ ਦਾ ਰਲ ਮਿਲ ਕੇ ਅਭਿਆਸ ਕਰੀਏ ਤੇ ਦੂਜਿਆਂ ਨੂੰ ਵੀ ਆਪਾਂ ਨਾਲ ਜੋੜ ਕੇ ਬਾਣੀ ਦਾ ਅਭਿਆਸ ਕਰੀਏ। ਇਸ ਜਿਹੜਾ ਅਸੀਂ ਵੰਡ ਰਹੇ ਹਾਂ ਇਹਨੂੰ ਖਤਮ ਕਰਕੇ। ਗੁਰੂ ਰਾਮਦਾਸ ਪਾਤਸ਼ਾਹ ਜੀ, ਜਦੋਂ ਗੁਰੂ ਅਮਰਦਾਸ ਜੀ ਨੇ ਤੁਹਾਡੇ ਸੀਸ ਤੇ ਮਿਹਰ ਦਾ ਹੱਥ ਰੱਖ ਕੇ ਨਾਮ ਦਾ ਖਜ਼ਾਨਾ ਦਿੱਤਾ, ਨਿਸ ਬਾਸਰ ਦਿਨ ਰਾਤ, ਨਿਸ ਕਹਿੰਦੇ ਰਾਤ, ਬਾਸਰ ਕਹਿੰਦੇ ਦਿਨ, ਕਹਿੰਦੇ ਰਾਤ ਦਿਨ ਏਕ ਸਮਾਨ ਧਿਆਨ। ਤੁਹਾਡਾ ਜਿਹੜਾ ਧਿਆਨ ਸੀ ਇੱਕ ਸਮਾਨ ਹੋ ਗਿਆ, ਇੱਕ ਬਰਾਬਰ ਹੋ ਗਿਆ। ਹੁਣ ਧਿਆਨ ਇੱਧਰ ਉੱਧਰ ਨਹੀਂ ਹੁੰਦਾ, ਸੁਰਤ ਇੱਧਰ ਉੱਧਰ ਨਹੀਂ ਹੁੰਦੀ। ਹੁਣ ਖਿਆਲ ਇੱਧਰ ਉੱਧਰ ਦੇ ਖਿਆਲ ਨਹੀਂ ਅੰਦਰ ਆਉਂਦੇ।
ਇੱਕ ਧਿਆਨ ਤੁਹਾਡਾ ਇੱਕ ਥਾਂ ਜਿਹੜਾ ਸੀ ਉਹ ਟਿਕ ਗਿਆ। ਸੋ ਨਾਮ ਸੁਨੇ, ਜਿਹੜਾ ਨਾਮ ਦਿੱਤਾ ਗੁਰੂ ਸਾਹਿਬ ਨੇ, ਉਹਨੂੰ ਇੱਕ ਧਿਆਨ, ਇੱਕ ਮਨ, ਇੱਕ ਚਿੱਤ ਹੋ ਕੇ ਤੁਸੀਂ ਉਸ ਨਾਮ ਨੂੰ ਬੜੇ ਪਿਆਰ ਨਾਲ ਭਿੱਜ ਕੇ ਸੁਣਿਆ। ਕਹਿਣ ਲੱਗੇ ਉਹ ਨਾਮ, ਕਹਿੰਦੇ ਕਿਹੜਾ? ਸੁਤ ਭਾਨ ਡਰਿਓ, ਜਿਸ ਨਾਮ ਨੂੰ ਸੁਣ ਕੇ ਸੁਤ ਭਾਨ ਡਰਿਓ। ਭਾਨ ਕੀ ਹੈ? ਪਾਨਾਨ, ਭਾਨ। ਜਦੋਂ ਆਪਾਂ ਜਾਪ ਸਾਹਿਬ ਦਾ ਜਿਹੜਾ ਜਾਪ ਕਰਦੇ ਆ ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਵਰ ਕੀ ਹੈ? ਭਾਨਾਨ, ਭਾਨ। ਭਾਨ ਕਹਿੰਦੇ ਸੂਰਜ ਨੂੰ। ਜਿਹੜਾ ਆਹ ਸੂਰਜ ਆਪਾਂ ਵੇਖ ਰਹੇ ਆ, ਇਹਨੂੰ ਰੋਸ਼ਨੀ ਕਿਹਨੇ ਦਿੱਤੀ ਹੈ? ਉਹ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ। ਅਸੀਂ ਉਸ ਅਕਾਲ ਪੁਰਖ ਨਾਲ ਜੁੜੇ ਆ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ। ਇਹਦਾ ਮਤਲਬ ਭਾਨ, ਸੁੱਤ। ਸੁੱਤ ਦਾ ਅਰਥ ਹੁੰਦਾ ਪੁੱਤਰ। ਮੰਨਿਆ ਜਾਂਦਾ, ਮਨੋਤ ਹੈ ਕਿ ਜਿਹੜਾ ਉਸ ਭਾਨ ਦਾ ਪੁੱਤਰ, ਜੇ ਆਪਾਂ ਅਕਾਲ ਪੁਰਖ ਵੀ ਲਾਈਏ, ਕਹਿੰਦੇ ਉਹਦਾ ਜਿਹੜਾ ਪੁੱਤਰ ਹੈ ਧਰਮਰਾਜ, ਉਹ ਵੀ ਕਹਿੰਦੇ ਡਰਿਓ, ਉਹ ਵੀ ਹੱਥ ਜੋੜ ਕੇ ਖਲੋ ਜਾਂਦਾ ਹੈ। ਉਹ ਧਰਮਰਾਜ ਜਿਹਦੇ ਪਰਥਾਏ ਬਾਣੀ ਵਿੱਚ ਜ਼ਿਕਰ ਆਇਆ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਪਰ ਇੱਕ ਪਾਸੇ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਕਹਿੰਦੇ ਉਸ ਨਾਮ ਦੀ ਬਖਸ਼ਿਸ਼ ਤੁਹਾਡੇ ਅੰਦਰ ਵਰਤ ਰਹੀ ਹੈ, ਜਿਹਨੂੰ ਸੁਣ ਕੇ ਜਿਹੜਾ ਇਹ ਭਾਨ ਸੂਰਜ ਦਾ ਪੁੱਤਰ ਧਰਮਰਾਜ, ਕਹਿੰਦੇ ਉਹ ਵੀ ਡਰਿਓ। ਉਹਦੇ ਅੰਦਰ ਵੀ ਡਰ ਪੈਦਾ ਹੋ ਜਾਂਦਾ ਵੀ ਇਹਦਾ ਲੇਖਾ ਨਹੀਂ ਮੰਗਣਾ, ਜਿਹਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਵਰਤ ਰਹੀ ਹੈ, ਪਰਮੇਸ਼ਵਰ ਦੇ ਨਾਮ ਦੀ ਰਹਿਮਤ ਵਰਤ ਰਹੀ ਹੈ। ਉਹਦੇ ਨੇੜੇ ਤਾਂ ਕਹਿੰਦੇ ਜੰਮ ਵੀ ਨਹੀਂ ਆਉਂਦਾ, ਉਹਦੇ ਨੇੜੇ ਤਾਂ ਜੰਮ ਦੇ ਦੂਤ ਵੀ ਜਿਹੜਾ ਉਹ ਨਹੀਂ ਆਉਂਦੇ, ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਵਰਤ ਰਹੀ ਹੋਵੇ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਹੀਂ, ਜੰਮ ਨਹੀਂ ਆਵੈ ਨੇੜੇ। ਜੰਮ ਵੀ ਨਹੀਂ ਨੇੜੇ ਆਉਂਦੇ। ਤੇ ਜਿਹੜਾ ਧਰਮ ਰਾਜ ਹੈ ਉਹ ਵੀ ਕਹਿੰਦੇ ਡਰਦਾ ਹੈ ਕਿ ਇਹਦੇ ਕੋਲ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਹੈ। ਉਹ ਨਾਮ ਜਿਹਨੂੰ ਤੁਸੀਂ ਦਿਨ ਰਾਤ ਉਹਨੂੰ ਜਪ ਰਹੇ ਹੋ, ਧਿਆਰੇ ਹੋ, ਔਰ ਤੁਹਾਡਾ ਇੱਕ ਨਾਮ ਦੇ ਵਿੱਚ ਧਿਆਨ ਪੂਰਨ ਤੌਰ ਤੇ ਟਿਕਿਆ ਹੋਇਆ ਹੈ। ਭਨ ਦਾਸ ਸੁਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਭਨ ਦਾਸ, ਭਨ ਦਾ ਅਰਥ ਹੈ ਕਿ ਜਿਹੜੇ ਭੱਟ ਨਲ ਜੀ ਇਹ ਸਵਈਆ ਉਚਾਰਨ ਕਰ ਰਹੇ ਨੇ, ਉਹ ਦਾਸ ਬਣ ਕੇ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਜੀ, ਤੁਹਾਡੇ ਅੰਦਰ ਜਿਹੜੀ ਆਸ ਸੀ ਜਗਤਰ ਗੁਰੂ ਕੀ, ਜਿਹੜਾ ਜਗਤ ਦਾ ਗੁਰੂ ਹੈ। ਇੱਥੇ ਫਿਰ ਗੱਲ ਕਲੀਅਰ ਹੋ ਜਾਣੀ ਹੈ, ਕਿਉਂਕਿ ਜਗਤ ਗੁਰੂ ਕਿਹਨੂੰ ਕਿਹਾ ਗਿਆ? ਜਾਹਰ ਪੀਰ ਜਗਤ ਗੁਰੂ ਬਾਬਾ, ਉਹ ਧੰਨ ਗੁਰੂ ਨਾਨਕ ਸਾਹਿਬ। ਇਹਦਾ ਮਤਲਬ ਗੁਰੂ ਅੰਗਦ ਦੇਵ ਜੀ ਵਿੱਚ ਵੀ ਉਹੀ ਵਰਤ ਰਹੇ, ਗੁਰੂ ਅਮਰਦਾਸ ਜੀ ਵਿੱਚ ਵੀ ਉਹੀ ਵਰਤ ਰਹੇ, ਗੁਰੂ ਰਾਮਦਾਸ ਜੀ ਅੰਦਰ ਵੀ ਉਹੀ ਵਰਤ ਰਹੇ ਨੇ। ਗੁਰੂ ਰਾਮਦਾਸ ਜੀ, ਤੁਸੀਂ ਆਪਣੇ ਅੰਦਰ ਆਸ ਜਗਤ ਗੁਰੂ ਦੀ ਜਿਹੜੀ ਉਹ ਰੱਖੀ ਸੀ, ਇੱਕ ਦਿਨ ਫਿਰ ਉਸ ਤੁਹਾਡੀ ਆਸ ਪੂਰੀ ਹੋ ਗਈ, ਔਰ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਆਪਣੇ ਨਾਲ ਜਿਹੜਾ ਮਿਲਾ ਕੇ ਆਪਣਾ ਹੀ ਰੂਪ ਦੇ ਦਿੱਤਾ। ਪਾਰਸ ਭੇਟ ਪਰਸ ਕਰਿਓ। ਤੁਸੀਂ ਜਦੋਂ ਉਸ ਪਾਰਸ ਨੂੰ ਆ ਕੇ ਮਿਲੇ ਤੇ ਪਾਰਸ ਨਾਲ ਆ ਕੇ ਜਦੋਂ ਛੂਹ ਗਏ ਤਾਂ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਫਿਰ ਤੁਹਾਨੂੰ ਆਪਣਾ ਹੀ ਰੂਪ ਦੇ ਕੇ ਭਾਈ ਜੇਠਾ ਤੋਂ ਗੁਰੂ ਰਾਮਦਾਸ ਜੀ ਦਾ ਰੂਪ ਦੇ ਦਿੱਤਾ। ਜਾਂ ਫਿਰ ਆਪਣੇ ਤੇ ਇਹ ਪੰਕਤੀ ਦੇ ਅਰਥ ਲਾਈਏ ਕਿ ਜਿਹੜਾ ਆਸ ਰੱਖ ਕੇ ਜਗਤ ਗੁਰੂ ਦੀ, ਜਗਤ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ, ਕਿਉਂਕਿ ਇਹਦੇ ਵਿੱਚ ਕੋਈ ਵਿਤਕਰਾ ਨਹੀਂ। ਗੁਰੂ ਸਾਹਿਬ ਜੀ ਵੀ ਬਾਣੀ ਵਿੱਚ ਕਿਸੇ ਨਾਲ ਨਫ਼ਰਤ ਨਹੀਂ, ਈਰਖਾ ਨਹੀਂ, ਕੋਈ ਮਤ ਭੇਦ ਨਹੀਂ, ਕੋਈ ਜਾਤ ਪਾਤ ਦੀ ਗੱਲ ਨਹੀਂ, ਕੋਈ ਵਿਤਕਰਾ ਨਹੀਂ। ਸਭ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦਾ ਪਹਾੜਾ ਸਾਨੂੰ ਗੁਰਬਾਣੀ ਵਿੱਚੋਂ ਪੜ੍ਹਾਇਆ ਕੇ ਸਿਖਾਇਆ ਜਾਂਦਾ ਹੈ। ਨਫ਼ਰਤ ਮਿਟਾਈ ਜਾਂਦੀ ਹੈ। ਇਸ ਲਈ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਸ ਰੱਖ ਕੇ ਗੁਰਬਾਣੀ ਨਾਲ ਆ ਕੇ ਜੁੜਦਾ ਹੈ, ਅੱਜ ਪਾਰਸ ਕੌਣ ਹੈ ਸਾਡੇ ਲਈ? ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜਿਹਦਾ ਮਨ ਆ ਕੇ ਜੁੜ ਜਾਏ, ਉਹ ਵੀ ਫਿਰ ਪਾਰਸ ਦਾ ਹੀ ਰੂਪ ਹੋ ਜਾ। ਉਹਦੇ ਅੰਦਰੋਂ ਸਾਰੀ ਖੋਟ, ਮੈਲ, ਗੰਦਗੀ, ਵਿਕਾਰ ਸਭ ਕੁਝ ਅੰਦਰੋਂ ਨਿਕਲ ਜਾਂਦਾ ਹੈ। ਉਹ ਪੂਰਨ ਤੌਰ ਤੇ ਸ਼ੁੱਧ ਹੋ ਜਾਂਦਾ ਹੈ।
ਇਸ ਲਈ ਗੁਰੂ ਰਾਮਦਾਸ ਜੀ ਭੰਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਭੱਟ ਨਲ ਜੀ ਕਹਿੰਦੇ ਤੁਸੀਂ ਜਦੋਂ ਜਗਤ ਗੁਰੂ ਦੀ ਆਸ ਰੱਖ ਕੇ ਆਏ, ਉਹਨਾਂ ਦਾ ਮਿਲਾਪ ਜਦੋਂ ਤੁਹਾਡੇ ਨਾਲ ਹੋਇਆ ਤੇ ਉਹਨਾਂ ਨੇ ਫਿਰ ਆਪਣੇ ਨਾਲ ਮਿਲਾ ਕੇ ਆਪਣੇ ਵਰਗਾ ਹੀ ਰੂਪ ਦੇ ਕੇ ਗੁਰੂ ਰਾਮਦਾਸ ਜੀ ਦਾ ਰੂਪ ਬਣਾ ਦਿੱਤਾ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਰਾਮਦਾਸ ਗੁਰੂ ਹਰ ਸਤ ਕੀਓ। ਭਾਈ ਜੇਠਾ ਜੀ ਤੋਂ ਰਾਮਦਾਸ, ਰਾਮਦਾਸ ਤੋਂ ਗੁਰੂ ਰਾਮਦਾਸ ਔਰ ਗੁਰੂ ਰਾਮਦਾਸ ਜੀ ਤੋਂ ਹਰ ਸਤ ਕੀਓ। ਹਰੀ ਜਿਹੜਾ ਸਤ ਹੈ, ਉਸ ਸਤ ਦਾ ਹਰੀ ਦਾ ਰੂਪ ਹੀ ਤੁਹਾਨੂੰ ਕਰ ਦਿੱਤਾ। ਕਿਨੇ ਕੀਤਾ? ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਅਮਰਦਾਸ ਜੀ ਨੇ ਆਪਣਾ ਮਿਹਰ ਦਾ ਹੱਥ ਤੁਹਾਡੇ ਸੀਸ ਤੇ ਰੱਖਿਆ ਤਾਂ ਤੁਹਾਨੂੰ ਹਰ ਸਤ ਕੀਓ, ਤੁਹਾਨੂੰ ਹਰੀ ਜਿਹੜਾ ਸਤ ਰੂਪ ਵਿੱਚ, ਅਟਲ ਰੂਪ ਵਿੱਚ ਪਰਮੇਸ਼ਵਰ ਹੈ, ਕਹਿੰਦੇ ਉਸ ਹਰੀ ਦਾ ਰੂਪ ਹੀ ਤੁਹਾਨੂੰ ਕਰ ਦਿੱਤਾ। ਉਸ ਨਿਰੰਕਾਰ ਦਾ ਰੂਪ ਤੁਹਾਨੂੰ ਬਣਾ ਕੇ ਸਾਰੀਆਂ ਬਖਸ਼ਿਸ਼ਾਂ ਤੁਹਾਡੀ ਝੋਲੀ ਵਿੱਚ ਪਾ ਦਿੱਤੀਆਂ। ਇਸੇ ਲਈ ਗੁਰੂ ਰਾਮਦਾਸ ਜੀ ਹਰ ਪ੍ਰਾਣੀ ਤੁਹਾਡੇ ਅੱਗੇ ਭਾਵਨਾ ਨਾਲ ਜੁੜ ਕੇ ਕਹਿੰਦਾ ਹੈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਤੇ ਜਿਨ੍ਹਾਂ ਨੂੰ ਤੁਸੀਂ ਰੱਖਦੇ ਹੋ ਉਹਨਾਂ ਦੇ ਸੀਸ ਤੇ ਸਮਰੱਥ ਮਿਹਰ ਦਾ ਹੱਥ ਰੱਖ ਕੇ ਉਹਨੂੰ ਵੀ ਨਿਰੰਕਾਰ ਨਾਲ ਜੋੜ ਕੇ ਉਹਨਾਂ ਦੇ ਦੁੱਖ ਸਦਾ ਲਈ ਮੁਕਾ ਕੇ ਉਹਨਾਂ ਨੂੰ ਵੱਡਾ ਸੁੱਖ ਦੇ ਦਿੰਦੇ ਹੋ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਆਉਂਦੇ ਹਾਂ ਅੰਮ੍ਰਿਤ ਬਾਣੀ ਦੇ ਨਾਲ ਜੁੜਨ ਵਾਸਤੇ। ਅਰਦਾਸ ਕਰੋ ਕਿ ਗੁਰੂ ਸਾਹਿਬ ਸੰਗਤ ਵਿੱਚ ਬੈਠਿਆਂ ਸਾਡੇ ਵੀ ਸੀਸ ਉੱਤੇ ਆਪਣਾ ਸਮਰੱਥ ਮਿਹਰ ਦਾ ਹੱਥ ਧਰਿਓ ਤਾਂ ਕਿ ਤੁਹਾਡੀ ਸ਼ਰਨ ਵਿੱਚ ਆਇਆ ਸਾਡਾ ਇਹ ਜੀਵਨ ਲੇਖੇ ਲੱਗ ਜਾਏ, ਸਾਡਾ ਇਹ ਜੀਵਨ ਸਫਲ ਹੋ ਜਾਏ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਇਹ ਭਾਵਨਾ ਨਾਲ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਜੁੜੀਏ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਸਤਿਗੁਰੂ ਜੀ ਆਪ ਸਮੁੱਚੀ ਸੰਗਤ ਦੇ ਸੀਸ ਤੇ ਆਪਣਾ ਸਮਰੱਥ ਮਿਹਰ ਭਰਿਆ ਹੱਥ ਧਰਨ, ਬਾਣੀ ਔਰ ਬਾਣੀ ਦੇ ਧਾਰਨੀ ਬਣ ਕੇ ਗੁਰੂ ਸਾਹਿਬ ਜੀ ਦੀ ਮੱਤ ਲੈ ਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਰਲ ਮਿਲ ਕੇ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਮਿਹਰ ਦਾ ਹੱਥ ਰੱਖ ਕੇ ਆਪ ਹੀ ਵਿਚਾਰ ਕਰਵਾ ਲੈਣ। ਜੋ ਭੱਟ ਸਾਹਿਬ ਨੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ
ਪਾਵਨ ਬਚਨ ਉਚਾਰਨ ਕੀਤੇ ਨੇ, ਭੱਟ ਨਲ ਜੀ ਨੇ, ਉਹ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਦੀਆਂ ਆਪ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਭੰਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ